ਹੈਲੋ एवरीवन, ਤਾਂ ਕਿਵੇਂ ਹੋ ਤੁਸੀਂ ਸਾਰੇ। ਮੋਸਟ ਵੈਲਕਮ ਔਨ ਟੂਡੇਜ਼ ਕਲਾਸ। ਤਾਂ ਅੱਜ ਦੀ ਇਸ ਰੀਡਿੰਗ ਦੀ ਕਲਾਸ ਦੇ ਵਿੱਚ ਇੱਕ ਰੀਡਿੰਗ ਦਾ ਨੇਮ ਹੈ, ਇਸ ਰੀਡਿੰਗ ਨੂੰ ਆਪਾਂ ਓਟਰਸ ਕਹਿੰਦੇ ਆਂਗੇ। ਓਟਰਸ ਕੀ ਹੁੰਦੇ ਆ? ਇੱਕ ਸਪੀਸੀਜ਼ ਹੁੰਦੀ ਹੈਗੀ, ਬਟਰ ਸਪੀਸੀਜ਼ ਹੁੰਦੀ ਹੈ, ਮਤਲਬ ਕਿ ਇੱਕ ਸੀ ਮੈਮਲ ਜਿਹੜੇ ਹੁੰਦੇ ਨਾ ਵੀ, ਉਹ ਇੱਕ ਨਵੀਂ ਜਿਹੀ ਕ੍ਰੀਏਚਰ ਆ ਗਈ, ਉਹਦੇ ਬਾਰੇ ਇਹ ਰੀਡਿੰਗ ਆ। ਮਤਲਬ ਕਿ ਇਹ ਜਿਹੜੀ ਰੀਡਿੰਗ ਆ ਉਹ ਬਾਇਓਲੋਜੀ ਦੇ ਰਿਲੇਟਡ ਜੀ ਆ ਜਾਂਦੀ ਹੈ, ਕਿਉਂਕਿ ਬਾਇਓਲੋਜੀ ਵਿੱਚ ਅਜਿਹੀਆਂ ਕੁਝ ਚੀਜ਼ਾਂ ਪੜ੍ਹਾਈਆਂ ਜਾਂਦੀਆਂ ਹੁੰਦੀਆਂ ਨੇ ਨਾ ਸਪੀਸੀਜ਼ ਦੇ ਬਾਰੇ। ਪਰ ਫਿਰ ਵੀ ਕੋਈ ਇੰਨੀ ਡਰਨ ਵਾਲੀ ਗੱਲ ਨਹੀਂ ਹੈਗੀ। ਜਿਹੜੇ ਬੱਚੇ ਬਾਕੀ ਜਿਹੜੀ ਸਟਰੀਮ ਦੇ ਨੇ ਉਹ ਵੀ ਇਸ ਰੀਡਿੰਗ ਨੂੰ ਬਹੁਤ ਹੀ ਈਜ਼ੀਲੀ ਤਰੀਕੇ ਦੇ ਨਾਲ ਜਿਹੜਾ ਕਿ ਸੋਲਵ ਕਰ ਸਕਦੇ ਆ। ਜੇ ਗੱਲ ਕਰੀਏ ਵੀ ਅੱਜ ਆਪਾਂ ਕਿਹੜੀ ਟਾਈਪ ਡਿਸਕਸ ਕਰਨ ਜਾ ਰਹੇ ਹਾਂ, ਤਾਂ ਅੱਜ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਵਿੱਚ ਪੈਰਾਗ੍ਰਾਫ ਕੰਟੇਨ ਫੋਲੋਇੰਗ ਇਨਫੋਰਮੇਸ਼ਨ। ਸਭ ਤੋਂ ਪਹਿਲਾਂ ਆਪਾਂ ਮੂਵ ਕਰਦੇ ਹਾਂ ਆਪਣੇ ਕੁਐਸਚਨਸ ਦੇ ਵੱਲ। ਤਾਂ ਆਪਣੇ ਕੋਲ ਜਿਹੜੇ ਕੁਐਸਚਨ ਨੇ ਉਹ ਕਾਫੀ ਨੇ, 1 ਤੋਂ ਲੈ ਕੇ 9 ਤੱਕ ਕੁਐਸਚਨ ਨੇ, ਹੈ ਨਾ। ਅਤੇ ਤੁਸੀਂ ਦੇਖ ਸਕਦੇ ਹੋ ਵੀ ਜਿਹੜੇ ਪੈਰਾਗ੍ਰਾਫ ਨੇ ਉਹ ਹੈਗੇ ਨੇ A ਤੋਂ ਲੈ ਕੇ G ਤੱਕ, ABCDEFG, ਯਾਨੀ ਕਿ ਟੋਟਲ ਆਪਣੇ ਕੋਲੇ ਜਿਹੜਾ ਕਿ 7 ਪੈਰਾਗ੍ਰਾਫ ਨੇ, ਯਾਨੀ ਕਿ ਆਪਣੇ ਕੋਲੇ ਜਿਹੜੀਆਂ 2 ਆਪਸ਼ਨਾਂ ਜ਼ਿਆਦਾ ਨੇ। ਫਿਰ ਉਸਦਾ ਮਤਲਬ ਕੀ ਹੈ? ਤਾਂ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੋਇਆ NB ਪਾ ਕੇ, ਯੂ ਮੇ ਯੂਜ਼ ਐਨੀ ਲੈਟਰ ਮੋਰ ਦੈਨ ਵਨ, ਯਾਨੀ ਕਿ ਉਹ ਕਹਿੰਦੇ ਵੀ ਤੁਸੀਂ ਇੱਕ ਲੈਟਰ ਨੂੰ 1 ਤੋਂ ਜ਼ਿਆਦਾ ਵਾਰ ਵੀ ਯੂਜ਼ ਕਰ ਸਕਦੇ ਹੋ। ਇਹਦਾ ਮਤਲਬ ਇਹ ਹੈ ਵੀ ਇੱਕ ਪੈਸੇਜ ਦੇ ਵਿੱਚ 2 ਇਨਫੋਰਮੇਸ਼ਨ ਵੀ ਆਪਾਂ ਨੂੰ ਦਿੱਤੀਆਂ ਹੋ ਸਕਦੀਆਂ ਨੇ, ਯਾਨੀ ਕਿ ਇਸ ਤਰੀਕੇ ਦੀ ਇਹ ਜਿਹੜੀ ਕਿ ਰੀਡਿੰਗ ਆਪਾਂ ਨੂੰ ਦੇਖਣ ਨੂੰ ਮਿਲੇਗੀ। ਅਤੇ ਜਿਵੇਂ ਕਿ ਜਿਹੜੇ ਸਟੂਡੈਂਟ ਤਾਂ ਪਹਿਲਾਂ ਦੇ ਜੁੜੇ ਹੋਏ ਨੇ ਉਹਨਾਂ ਨੂੰ ਤਾਂ ਪਤਾ ਹੀ ਹੈ ਵੀ ਵੇ ਕਿੱਦਾਂ ਗਾ ਇਹਨਾਂ ਨੂੰ ਕਰਨ ਦਾ। ਤਾਂ ਫਿਰ ਵੀ ਮੈਂ ਤੁਹਾਨੂੰ ਦੱਸਦਾ ਵੀ ਇਹ ਜਿਹੜੀ ਆ ਵਿੱਚ ਪੈਰਾਗ੍ਰਾਫ ਕੰਟੇਨ ਦਾ ਫੋਲੋਇੰਗ ਇਨਫੋਰਮੇਸ਼ਨ ਵਾਲੀ ਟਾਈਪ ਹੁੰਦੀ ਹੈਗੀ। ਇਹ ਟਾਈਪ ਆਪਾਂ ਨੂੰ ਫਸਟ ਪਲੇਸ ਦੇ ਉੱਤੇ ਕਰਨੀ ਚਾਹੀਦੀ ਹੈ, ਜਿਵੇਂ ਕਿ ਲਿਸਟ ਆਫ ਹੈਡਿੰਗ ਵੀ ਹੋ ਗਏ, ਤਾਂ ਵਿੱਚ ਪੈਰਾਗ੍ਰਾਫ ਕੰਟੇਨ ਫੋਲੋਇੰਗ ਇਨਫੋਰਮੇਸ਼ਨ। ਇਹ ਜਿਹੜੀਆਂ 2 ਟਾਈਪਸ ਹੁੰਦੀਆਂ ਨੇ ਇਹ ਆਪਾਂ ਨੂੰ ਪੈਸੇਜ ਦੀ ਸਟਾਰਟਿੰਗ ਦੇ ਵਿੱਚ ਪਹਿਲੇ ਨੰਬਰ 'ਤੇ ਕਰਨੀਆਂ ਚਾਹੀਦੀਆਂ ਨੇ, ਹੈ ਨਾ। ਤਾਂ ਜਿਵੇਂ ਕਿ ਕਿਉਂਕਿ ਇਹਦੇ ਵਿੱਚ ਆਪਾਂ ਨੂੰ ਸਾਰਾ ਪੈਸੇਜ ਹੀ ਪੜ੍ਹਨਾ ਪਊਗਾ, ਤਾਂ ਹੁਣ ਮੈਂ ਜ਼ਿਆਦਾ ਤੁਹਾਡਾ ਟਾਈਮ ਵੇਸਟ ਨਹੀਂ ਕਰੂੰਗਾ। ਅਤੇ ਆਹ ਕੇਸ ਦੇ ਵਿੱਚ ਆਪਾਂ ਆਪਸ਼ਨਾਂ ਨੂੰ ਨਿਗਲੈਕਟ ਕਰਾਂਗੇ, ਆਪਸ਼ਨਾਂ ਨਹੀਂ ਪੜ੍ਹਾਂਗੇ। ਅਤੇ ਉਸ ਤੋਂ ਬਾਅਦ ਪਹਿਲਾਂ ਆਪਾਂ ਜਿਹੜਾ ਆਪਦਾ ਪੈਰਾਗ੍ਰਾਫ ਆ ਉਹਨੂੰ ਪੜ੍ਹ ਕੇ ਆਵਾਂਗੇ। ਪੈਰਾਗ੍ਰਾਫ ਪੜ੍ਹਨ ਤੋਂ ਬਾਅਦ ਇਲੀਮੀਨੇਸ਼ਨ ਮੈਥਡ ਆ ਉਸ ਨੂੰ ਯੂਜ਼ ਕਰਾਂਗੇ। ਓਕੇ, ਤਾਂ ਆਪਾਂ ਪੜ੍ਹਦੇ ਆਂਗੇ ਆਪਣਾ ਇਹ ਪੈਰਾਗ੍ਰਾਫ। ਤਾਂ ਇਹ ਸਭ ਤੋਂ ਜ਼ਰੂਰੀ ਹੁੰਦਾ ਵੀ ਇਹਦੇ ਤੋਂ ਹੀ ਸਟਾਰਟਿੰਗ ਕਰਨੀ ਚਾਹੀਦੀ, ਕਿਉਂਕਿ ਇਹ ਨੂੰ ਪੜ੍ਹਨ ਦੇ ਨਾਲ ਆਪਾਂ ਨੂੰ ਜਿਹੜੀ ਕਿ ਅੰਡਰਸਟੈਂਡਿੰਗ ਹੋ ਜਾਂਦੀ ਹੈਗੀ ਵੀ ਗੱਲ ਕਾਹਦੀ ਹੋ ਰਹੀ ਹੈ। ਤਾਂ ਹੁਣ ਆਪਦਾ ਧਿਆਨ ਨਾਲ ਦੀ ਨਾਲ ਰੱਖਿਓ ਅਤੇ ਮੈਂ ਪੜ੍ਹਨ ਦੀ ਕੋਸ਼ਿਸ਼ ਕਰਦਾ, ਟਰਾਂਸਲੇਸ਼ਨ ਜਿੰਨੀ ਕਿ ਮੇਰੇ ਤੋਂ ਹੋਊਗੀ ਉਹ ਮੈਂ ਕਰੂੰਗਾ, ਅਤੇ ਉਸ ਤੋਂ ਬਾਅਦ ਆਪਾਂ ਜਿਹੜਾ ਆਨਸਰ ਆਪਣਾ ਲੱਭਣ ਦੀ ਕੋਸ਼ਿਸ਼ ਕਰਾਂਗੇ। ਤਾਂ ਸਭ ਤੋਂ ਪਹਿਲਾਂ ਓਟਰਸ ਦੇ ਬਾਰੇ ਜਿਹੜੀ ਕਿ ਗੱਲ ਹੋ ਰਹੀ ਹੈ, ਉਸ ਤੋਂ ਬਾਅਦ ਜਿਵੇਂ ਕਿ ਆਪਾਂ ਥੋੜ੍ਹਾ ਜਿਹਾ ਵੇਟ ਕਰਿਓ ਅਤੇ ਆਪਾਂ ਪੜ੍ਹਨਾ ਸ਼ੁਰੂ ਕਰਦੇ ਹਾਂ। ਕਹਿੰਦਾ ਓਟਰਸ ਆਰ ਸੈਮੀ ਐਕੁਐਟਿਕ ਮੈਮਲ, ਸੈਮੀ ਐਕੁਐਟਿਕ ਮੈਮਲ ਹੁੰਦੇ ਨੇ ਕਹਿੰਦਾ, ਔਰ ਇਨ ਦਾ ਕੇਸ ਆਫ ਸੀ ਓਟਰ ਐਕੁਐਟਿਕ। ਤਾਂ ਸੈਮੀ ਐਕੁਐਟਿਕ ਐਕੁਐਟਿਕ ਦਾ ਮਤਲਬ ਉਹ ਹੁੰਦੇ ਨੇ ਜਿਹੜੇ ਵਾਟਰ ਵਾਲੇ ਹੁੰਦੇ। ਸੈਮੀ ਐਕੁਐਟਿਕ ਇਹਦਾ ਮਤਲਬ ਇਹ ਹੋਊਗਾ ਵੀ ਧਰਤੀ ਉੱਤੇ ਵੀ ਰਹਿ ਲੈਂਦੇ ਹੋਣਗੇ ਨਾ ਇਹ। ਕਹਿੰਦਾ ਦੇਰ ਆਰ ਮੈਂਬਰਸ ਆਫ ਦਾ ਮਸਟਾਈਲਡ ਫੈਮਿਲੀ, ਅਤੇ ਮਸਟਾਈਲਡ ਫੈਮਿਲੀ ਦੇ ਕਹਿੰਦਾ ਮੈਂਬਰ ਨੇ, ਅਤੇ ਜਿਹੜੀ ਕਿ ਆਪਣੀ ਉਸ ਤੋਂ ਬਾਅਦ ਆ ਜਾਂਦਾ ਕਹਿੰਦਾ ਵਿੱਚ ਇਨਕਲੂਜਸ ਬੈਜਸ, ਪੋਲਕੈਟਸ, ਮਾਰਟਿਨਸ, ਵੀਸਲਸ, ਸਲੋਟਸ ਐਂਡ ਮਿੰਕਸ ਐਂਡ ਹੈਵ ਇਨਹੈਬਿਟਡ ਦਾ ਅਰਥ ਫॉर ਦਾ ਲਾਸਟ 30 ਮਿਲੀਅਨ ਈਅਰਸ। ਕਹਿੰਦਾ ਜਿਹੜਾ ਕਿ ਧਰਤੀ ਉੱਤੇ ਜਿਹੜੇ ਰਹਿ ਰਹੇ ਨੇ ਇਹ ਪਿਛਲੇ 30 ਸਾਲਾਂ ਤੋਂ ਰਹਿ ਰਹੇ ਨੇ, ਠੀਕ ਹੈ। 30 ਮਿਲੀਅਨ ਈਅਰਸ, ਠੀਕ ਹੈ, 30 ਮਿਲੀਅਨ ਸਾਲਾਂ ਤੋਂ ਇਹ ਧਰਤੀ ਉੱਤੇ ਰਹਿ ਰਹੇ ਨੇ। ਕਹਿੰਦਾ ਓਵਰ ਦਾ ਈਅਰਸ ਹੈਵ ਅੰਡਰਗਨ, ਕਹਿੰਦਾ ਜਿਵੇਂ ਜਿਵੇਂ ਈਅਰ ਪਾਸ ਹੋਏ ਨੇ, ਕਹਿੰਦਾ ਸਬਟਲ ਚੇਂਜਸ ਟੂ ਦਾ ਕੈਰਨੀਬੋਰ ਬੋਡੀਜ਼, ਕਹਿੰਦਾ ਜਿਵੇਂ ਜਿਵੇਂ ਈਅਰ ਆਪਣੇ ਲੰਘੇ ਨੇ ਉਵੇਂ ਉਵੇਂ ਇਹਨਾਂ ਦੀ ਬੋਡੀ ਦੇ ਵਿੱਚ ਕੁਝ ਚੇਂਜ ਵੀ ਹੋਏ ਨੇ, ਹੈ ਨਾ। ਅਤੇ ਉਸ ਤੋਂ ਬਾਅਦ ਅੱਗੇ ਪੜ੍ਹਨਾ ਸ਼ੁਰੂ ਕਰਦੇ ਹਾਂ। ਹੁਣ ਇਹ ਹੋ ਸਕਦਾ ਚੇਂਜ ਦੱਸਣ ਵੀ ਕੀ ਚੇਂਜ ਹੋਏ ਨੇ। ਕਹਿੰਦਾ ਓਟਰਸ ਹੈਵ ਲੌਂਗ ਥਿਨ ਬੋਡੀ, ਕਹਿੰਦਾ ਇਹਨਾਂ ਦੀ ਜਿਹੜੀ ਬੋਡੀ ਆ ਉਹ ਥਿਨ ਹੁੰਦੀ ਹੈ, ਲੰਬੀ ਥਿਨ ਬੋਡੀ ਹੁੰਦੀ ਹੈ, ਐਂਡ ਸ਼ਾਰਟ ਲੈਗਸ, ਪਰ ਕਹਿੰਦਾ ਇਹਨਾਂ ਦੀਆਂ ਜਿਹੜੀਆਂ ਲੱਤਾਂ ਨੇ ਉਹ ਹੁੰਦੀਆਂ ਨੇ ਛੋਟੀਆਂ। ਕਹਿੰਦਾ ਆਈਡੀਅਲ ਫਾਰ ਪੁਸ਼ਿੰਗ ਡੈਂਸ ਅੰਡਰ ਗਰੋਥ ਔਰ ਹੰਟਿੰਗ ਇਨ ਅ ਟਨਲ, ਕਹਿੰਦਾ ਆਹ ਚੀਜ਼ ਇਹਨਾਂ ਨੂੰ ਹੈਲਪ ਕਰਦੀ ਹੈਗੀ ਟਨਲ ਦੇ ਵਿੱਚ ਹੰਟ ਕਰਨ ਦੇ ਲਈ, ਅਤੇ ਜਿਹੜਾ ਕਿ ਆਪਦੇ ਆਪ ਨੂੰ ਪੁਸ਼ ਕਰਨ ਦੇ ਲਈ ਡੈਂਸ ਅੰਡਰ ਗਰੋਥ ਦੇ ਵਿੱਚ। ਓਕੇ ਜੀ। ਕਹਿੰਦਾ ਐਨ ਅਡਲਟ ਮੇਲ ਮੇ ਬੀ ਅਪ ਟੂ 4 ਫੀਟ ਲੌਂਗ, ਕਹਿੰਦਾ ਜਿਹੜਾ ਅਡਲਟ ਮੇਲ ਆ ਓਟਰ ਉਹ ਕਿੰਨਾ ਲੰਬਾ ਹੋ ਸਕਦਾ? 4 ਫੁੱਟ ਲੰਬਾ ਹੋ ਸਕਦਾ, ਅਤੇ ਉਹਦਾ ਜਿਹੜਾ ਵਜਨ ਆ ਉਹ 30 ਪਾਊਂਡ ਦਾ ਹੋ ਸਕਦਾ। ਕਹਿੰਦਾ ਫੀਮੇਲਸ ਆਰ ਸਮਾਲਰ, ਕਹਿੰਦਾ ਜਿਹੜੀਆਂ ਫੀਮੇਲਸ ਹੁੰਦੀਆਂ ਨੇ ਉਹ ਹੁੰਦੀਆਂ ਨੇ ਛੋਟੀਆਂ। ਕਹਿੰਦਾ ਅਰਾਊਂਡ ਉਹਨਾਂ ਦਾ ਵੇਟ ਹੁੰਦਾ 16 ਪਾਊਂਡ ਟਿਪੀਕਲੀ। ਕਹਿੰਦਾ ਇੱਕ ਹੈਗਾ ਯੂਰੇਸ਼ੀਅਨ ਓਟਰ, ਨੋਜ਼ ਇਜ਼ ਅਬਾਊਟ ਦਾ ਸਮਾਲੈਸਟ ਅਮੰਗ ਦਾ ਓਟਰ ਸਪੀਸੀਜ਼। ਇੱਕ ਜਿਹੜਾ ਯੂਰੇਸ਼ੀਅਨ ਓਟਰ ਆ ਨਾ, ਇਹਦਾ ਕਹਿੰਦਾ ਨੱਕ ਆ, ਕਹਿੰਦਾ ਉਹ ਸਾਰਿਆਂ ਨਾਲੋਂ ਛੋਟਾ ਹੁੰਦਾ ਓਟਰ ਸਪੀਸੀਜ਼ ਦੇ ਵਿੱਚੋਂ। ਓਕੇ, ਕਹਿੰਦਾ ਹੈਜ਼ ਅ ਕਰੈਕਟਰਿਸਟਿਕ ਸ਼ੇਪ ਡਿਸਕ੍ਰਾਈਬਡ ਐਜ਼ ਅ ਸ਼ੈਲੋ ਡਬਲੂ, ਕਹਿੰਦਾ ਇਹਦੀ ਜਿਹੜੀ ਸ਼ੇਪ ਜੀ ਹੁੰਦੀ ਆ ਉਹ ਡਬਲਯੂ ਵਰਗੀ ਬਣਦੀ ਹੁੰਦੀ ਆ, ਠੀਕ ਹੈ, ਜਿਵੇਂ ਆਹ ਲਿਖਿਆ ਹੋਇਆ ਇਹਨਾਂ ਨੇ। ਕਹਿੰਦਾ ਐਨ ਓਟਰਜ਼ ਟੇਲ ਔਰ ਰਡਰ, ਟੇਲ ਦੀ ਗੱਲ ਕਰ ਰਹੇ ਨੇ, ਮੰਨ ਜਾਣ ਕਿ ਉਹਦੀ ਪੂੰਛ ਦੀ ਗੱਲ ਕਰ ਰਹੇ ਨੇ। ਇਜ਼ ਅਬਾਊਟ ਐਟ ਦਾ ਬੇਸ, ਕਹਿੰਦਾ ਬੇਸ ਦੇ ਉੱਤੇ ਹੁੰਦੀ ਹੈਗੀ, ਐਂਡ ਟੇਪਰਸ ਟੂ ਵਾਰ ਦਾ ਟਿਪ ਵੇਅਰ ਇਟ ਫਲੈਟਨਸ। ਕਹਿੰਦਾ ਦਿਸ ਫੋਰਮਸ ਪਾਰਟ ਆਫ ਦਾ ਪ੍ਰੋਪਲਸ਼ਨ ਯੂਨਿਟ ਵੈਨ ਸਵਿਮਿੰਗ ਫਾਸਟ ਅੰਡਰ ਵਾਟਰ, ਯਾਨੀ ਕਿ ਹੋ ਸਕਦਾ ਵੀ ਆਹ ਚੀਜ਼ ਇਹਨਾਂ ਨੂੰ ਸਵੀਮਿੰਗ ਦੇ ਵਿੱਚ ਹੈਲਪ ਕਰਦੀ ਹੋਵੇ। ਕਹਿੰਦਾ ਓਟਰ ਫਰ, ਯਾਨੀ ਕਿ ਹੁਣ ਓਟਰ ਦੇ ਫਰ ਦੀ ਗੱਲ ਕਰਨ ਲੱਗ ਗਏ। ਕਹਿੰਦਾ ਓਟਰ ਫਰ ਕੰਸਿਸਟ ਆਫ 2 ਟਾਈਪਸ ਆਫ ਹੇਅਰ, ਕਹਿੰਦਾ ਓਟਰ ਦੇ ਫਰ 2 ਟਾਈਪਸ ਦੇ ਹੇਅਰ ਤੋਂ ਬਣੇ ਹੁੰਦੇ ਹੈਗੇ। ਫਸਟ ਹੁੰਦਾ ਗਾ ਸਟਾਊਟ ਗਾਰਡ
ਹੇਅਰਸ ਵਿੱਚ ਫਰੋਮ ਵਾਟਰ ਜਿਹੜੇ ਪਹਿਲੇ ਏਅਰ ਉਹ ਮਤਲਬ ਕਿ ਜਿਹੜੇ ਓਟਰਸ ਦੇ ਫਰ ਹੁੰਦੇ ਨੇ ਉਹ ਬਣੇ ਹੁੰਦੇ ਆ ਦੋ ਟਾਈਪਸ ਦੇ ਹੇਅਰ ਤੋਂ। ਇੱਕ ਹੁੰਦਾ ਗਾ ਸਟਾਊਟ ਗਾਰਡ ਹੇਅਰਸ ਵਿੱਚ ਫੋਰਮ ਆ ਵਾਟਰ ਪ੍ਰੂਫ ਆਊਟਰ ਕਵਰਿੰਗ। ਕਹਿੰਦਾ ਉਹ ਕੀ ਬਣਾਉਂਦੇ ਆ ਕਿ ਜਿਹੜੀ ਆਊਟਰ ਏਰੀਆ ਓਟਰ ਦਾ ਬਾਡੀ ਦਾ ਉਹਨੂੰ ਵਾਟਰ ਪ੍ਰੂਫ ਬਣਾ ਦਿੰਦੇ ਆ, ਠੀਕ ਹੈ, ਜਿਵੇਂ ਕਿ ਆ ਇਹਨਾਂ ਨੇ ਲਿਖਿਆ ਹੋਇਆ ਵਾਟਰ ਪ੍ਰੂਫ ਆਊਟਰ ਕਵਰਿੰਗ। ਐਂਡ ਉਸ ਤੋਂ ਬਾਅਦ ਅੱਗੇ ਕੀ ਹੈਗਾ, ਕਹਿੰਦਾ ਅੰਡਰ ਫਰ ਵਿਚ ਇਜ਼ ਡੈਂਸ। ਕਹਿੰਦਾ ਜਿਹੜੇ ਅੰਡਰ ਫਰ ਹੁੰਦੇ ਨੇ ਉਹ ਹੁੰਦੇ ਨੇ ਹੈ ਨਾ ਵਿਚ ਇਜ਼ ਡੈਂਸ ਐਂਡ ਫਾਈਨ, ਅਤੇ ਵਧੀਆ ਫਾਈਨ ਹੁੰਦੇ ਨੇ। ਇਕੁਇਵਲੈਂਟ ਟੂ ਐਨ ਓਟਰਸ ਥਰਮਲ ਅੰਡਰਵੀਅਰ। ਥਰਮਲ ਮਤਲਬ ਕੀ ਹੋ ਗਿਆ, ਥਰਮਲ ਤੁਹਾਨੂੰ ਪਤਾ ਹੀ ਹੋਊਗਾ, ਥਰਮਲ ਇੱਥੇ ਹੀਟ ਦੇ ਵੇ ਦੇ ਨਾਲ ਕਹਿ ਰਿਹਾ ਇਹ। ਹੋ ਸਕਦਾ ਵੀ ਕਹਿੰਦਾ ਜਿਹੜੇ ਅੰਡਰ ਫਰ ਹੁੰਦੇ ਨੇ ਉਹ ਸੰਘਣੇ ਹੁੰਦੇ ਨੇ, ਅਤੇ ਹੋ ਸਕਦਾ ਇਕੁਇਵਲੈਂਟ ਟੂ ਐਨ ਓਟਰਸ ਥਰਮਲ ਅੰਡਰਵੇਅਰ, ਜਾਣੀ ਕਿ ਉਹਨੂੰ ਹੀਟ ਤੋਂ ਪ੍ਰੋਟੈਕਟ ਕਰਦੇ ਹੋ ਸਕਦੇ ਆ, ਕਿਉਂਕਿ ਇਕੁਇਵਲੈਂਟ ਜਾਣੀ ਕਿ ਵੀ ਸਹੀ ਹੁੰਦੇ ਨੇ ਹੈ ਨਾ, ਤਾਂ ਥਰਮਲ ਆਪਣਾ ਹੀਟ ਆ ਜਾਂਦਾ ਗਾ। ਉਸ ਤੋਂ ਬਾਅਦ ਅੱਗੇ ਆਉਣਾ ਕਹਿੰਦਾ ਦੀ ਫਰ ਮਸਟ ਬੀ ਕੈਪਟ ਇਨ ਅ ਗੁੱਡ ਕੰਡੀਸ਼ਨ। ਕਹਿੰਦਾ ਜਿਹੜੇ ਆ ਫਰ ਹੁੰਦੇ ਨੇ ਇਹ ਸਹੀ ਕੰਡੀਸ਼ਨ ਵਿੱਚ ਹੋਣੇ ਚਾਹੀਦੇ ਆ ਬਾਈ ਗਰੂਮਿੰਗ, ਮਤਲਬ ਕਿ ਇਹਨਾਂ ਦੀ ਗਰੂਮਿੰਗ ਸਾਂਭ ਸੰਭਾਲ ਵਧੀਆ ਤਰੀਕੇ ਨਾਲ ਕਰਨੀ ਪੈਂਦੀ ਆ ਉਹਨਾਂ ਨੂੰ। ਕਹਿੰਦਾ ਸੀ ਵਾਟਰ ਰਿਡਿਊਸਿਸ ਦਾ ਵਾਟਰ ਪ੍ਰੂਫਿੰਗ। ਕਹਿੰਦਾ ਜਿਹੜਾ ਸੀ ਵਾਟਰ ਆ ਉਹ ਇਹਨਾਂ ਦੀ ਵਾਟਰ ਪ੍ਰੂਫਿੰਗ ਰਿਡਿਊਸ ਕਰ ਦਿੰਦਾ। ਐਂਡ ਇਨਸੂਲੇਟਿੰਗ ਕੁਆਲਿਟੀਜ਼ ਆਫ ਓਟਰ ਫਰ ਵੈਨ ਸਾਲਟ ਵਾਟਰ ਗੈਟਸ। ਕਹਿੰਦਾ ਜਦੋਂ ਇਹਨਾਂ ਦੇ ਫਰ ਦੇ ਵਿੱਚ ਜਿਹੜਾ ਸਾਲਟ ਵਾਟਰ ਵਗ ਜਾਂਦਾ ਹੈ ਨਾ, ਦਿਸ ਇਜ਼ ਬਾਈ ਫਰੈਸ਼ ਵਾਟਰ ਪੂਲਸ ਆਰ ਇੰਪੋਰਟੈਂਟ। ਕਹਿੰਦਾ ਇਹਦੇ ਕਰਕੇ ਇਹਨਾਂ ਦੇ ਲਈ ਜਿਹੜੇ ਕਿ ਫਰੈਸ਼ ਵਾਟਰ ਪੂਲ ਨੇ ਉਹ ਇਹਨਾਂ ਨੂੰ ਕਾਫੀ ਇੰਪੋਰਟੈਂਟ ਨੇ। ਕਾਹਦੇ ਲਈ, ਟੂ ਓਟਰਸ ਲਿਵਿੰਗ ਔਨ ਦਾ ਕੋਸਟ ਏਰੀਆ ਕਿਹੜਾ ਹੁੰਦਾ, ਜਿਹੜਾ ਕਿ ਸਮੁੰਦਰੀ ਏਰੀਆ ਜਿਹਾ ਹੁੰਦਾ, ਉੱਥੇ ਰਹਿਣ ਦੇ ਲਈ ਇਹਨਾਂ ਨੂੰ ਜਿਹੜਾ ਕਿ ਪੂਲ ਵਾਟਰ ਉਹ ਵੀ ਕਾਫੀ ਇੰਪੋਰਟੈਂਟ ਆ। ਕਹਿੰਦਾ ਆਫਟਰ ਸਵਿਮਿੰਗ ਕਰਨ ਤੋਂ ਬਾਅਦ ਦੇ ਵਾਸ਼ ਦਾ ਸਾਲਟ ਆਫ, ਜਿਹੜਾ ਸੀ ਵਾਟਰ ਦਾ ਸਾਲਟ ਲੱਗਿਆ ਹੁੰਦਾ ਉਹਨੂੰ ਇਹ ਧੋ ਦਿੰਦੇ ਹੈਗੇ ਪੂਲਸ ਦੇ ਵਿੱਚ। ਐਂਡ ਦੈਨ ਸਕਿਮ ਔਨ ਦਾ ਗਰਾਊਂਡ ਟੂ ਰੱਬ, ਅਤੇ ਉਸ ਤੋਂ ਬਾਅਦ ਆਪਦੀ ਸਰੀਰ ਨੂੰ ਇਹ ਉਹਦੇ ਉੱਤੇ ਰੱਬ ਕਰਦੇ ਆ ਧਰਤੀ ਉੱਤੇ, ਠੀਕ ਹੈ। ਤਾਂ ਇਹਦੇ ਵਿੱਚ ਜਿਹੜੀਆਂ ਓਟਰਸ ਦੀਆਂ ਉਹਨਾਂ ਨੇ ਪ੍ਰੋਪਰਟੀ ਦੱਸੀਆਂ ਨੇ ਵੀ ਉਹ ਕਿੱਦਾਂ ਦੇ ਹੁੰਦੇ ਆ, ਉਹਨਾਂ ਦੀ ਪੂੰਛਾਂ ਬਾਰੇ, ਉਹਨਾਂ ਦੇ ਕੰਨਾਂ ਬਾਰੇ, ਉਹਨਾਂ ਦੇ ਫਰਾਂ ਬਾਰੇ। ਤਾਂ ਜਿਹੜਾ ਕਿ ਆਪਣਾ ਫਸਟ ਆਪਸ਼ਨ ਹੈਗੀ ਆ ਉਹਦੇ ਵਿਜ਼ਨ ਬਾਰੇ ਆ, ਵਿਜ਼ਨ ਬਾਰੇ ਉਹਦੀ ਦੇਖਣ ਸ਼ਕਤੀ ਬਾਰੇ ਕੋਈ ਗੱਲ ਨਹੀਂ ਹੋਈ। ਦੀ ਫਿੱਟ ਫਾਰ ਪਰਪਸ ਕਰੈਕਟਰਿਸਟਿਕਸ ਓਟਰ ਦੀ ਬੋਡੀ ਸ਼ੇਪ ਦੀ ਗੱਲ ਹੋਈ ਆ, ਇਹਨੂੰ ਰੱਖ ਲੈਂਦੇ ਆ। ਇਹ ਰੈਫਰੈਂਸ ਟੂ ਐਨ ਅੰਡਰ ਡਿਵੈਲਪ ਸੈਂਸ, ਅੰਡਰ ਡਿਵੈਲਪ ਉਹਦੇ ਕੋਲ ਕਿਹੜੀ ਸੈਂਸ ਹੁੰਦੀ ਹੈ ਇਹਦੀ ਕੋਈ ਗੱਲ ਨਹੀਂ ਹੋਈ। ਐਨ ਐਕਸਪਲੇਨੇਸ਼ਨ ਬਾਏ ਐਗਰੀਕਲਚਰ ਦੀ ਤਾਂ ਕੋਈ ਗੱਲ ਹੀ ਨਹੀਂ ਕੀਤੀ। ਇਹ ਡਿਸਕ੍ਰਿਪਸ਼ਨ ਆਫ ਸਮ ਆਫ ਦਾ ਓਟਰ ਸੋਸ਼ਲ ਕਰੈਕਟਰਿਸਟਿਕਸ ਕਿਹੜੇ ਹੁੰਦੇ ਨੇ, ਸੋਸ਼ਲ ਕਰੈਕਟਰਿਸਟਿਕਸ ਯਾਨੀ ਕਿ ਉਹਨਾਂ ਦਾ ਇੱਕ ਦੂਜੇ ਨਾਲ ਮਿਲਣਾ ਜੁਲਣਾ ਨਾ, ਵੀ ਕਿੱਦਾਂ ਉਹ ਮੀਟ ਕਰਦੇ ਆ, ਸੋਸ਼ਲ ਰਿਲੇਸ਼ਨਸ਼ਿਪ ਜਿਵੇਂ ਆਪਾਂ ਕਹਿ ਦਿੰਦੇ ਹੁੰਦੇ ਆ ਨਾ, ਉਸ ਤਰੀਕੇ ਦੇ ਕਰੈਕਟਰਿਸਟਿਕਸ ਦੀ ਕੋਈ ਗੱਲ ਨਹੀਂ ਹੋਈ। ਸੋਸ਼ਲ ਜਾਣੀ ਕਿ ਇੱਕ ਦੂਜੇ ਨਾਲ ਮੇਲ ਮਿਲਾਪ ਕਰਨਾ ਹੈ ਨਾ, ਉਸ ਤਰੀਕੇ ਦੇ ਜਿਹੜੇ ਕਰੈਕਟਰਿਸਟਿਕਸ ਦੀ ਕੋਈ ਗੱਲ ਨਹੀਂ ਹੋਈ। ਇਹ ਡਿਸਕ੍ਰਿਪਸ਼ਨ ਆਫ ਹਾਊ ਬੇਬੀ ਓਟਰ ਤਾਂ ਹਜੇ ਉਹਨਾਂ ਨੇ ਜੰਮਿਆ ਹੀ ਨਹੀਂ ਹੈਗਾ ਉੱਥੇ। ਅਤੇ ਕਨਫਲਿਕਟਡ ਓਪੀਨੀਅਨ ਔਨ ਹਾਊ ਟੂ ਪ੍ਰੀਜ਼ਰਵ, ਓਪੀਨੀਅਨ ਦੱਸਿਆ ਹੋਵੇ ਵੀ ਕਿਵੇਂ ਉਹ ਪ੍ਰੀਜ਼ਰਵ ਕਰਦੇ ਆ। ਇਹ ਰੈਫਰੈਂਸ ਟੂ ਆ ਕੋਈ ਐਕਟ ਮਤਲਬ ਕਿ ਲੈਜਿਸਲੇਟਿਵ, ਉਹਨਾਂ ਨੂੰ ਬਚਾਉਣ ਦੇ ਲਈ ਕੋਈ ਉਹਨਾਂ ਨੇ ਨਵਾਂ ਕੋਈ ਰੂਲ ਬਣਾਇਆ ਹੋਵੇ, ਨੋ, ਇਹਦੀ ਵੀ ਕੋਈ ਗੱਲ ਨਹੀਂ ਹੋਈ। ਅਤੇ ਲਾਸਟ ਆਪਸ਼ਨ ਆਪਣੇ ਕੋਲ ਹੈਗੀ ਆ ਐਂਡ ਐਕਸਪਲੇਨੇਸ਼ਨ ਆਫ ਹਾਊ ਓਟਰਸ ਕੰਪਨਸੇਟ ਫਾਰ ਹੀਟ ਲੋਸ। ਲਓ ਜੀ, ਇੱਕ ਹੀਟ ਲੋਸ ਦੀ ਗੱਲ ਵੀ ਕੀਤੀ ਆ ਵੀ ਹੀਟ ਲੋਸ ਦੇ ਕੇਸ ਦੇ ਵਿੱਚ ਉਹ ਕੀ ਕਰਦੇ ਆ। ਤਾਂ ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਹੀ ਸਟਾਰਟਿੰਗ ਦੇ ਵਿੱਚ ਦੱਸ ਕੇ ਗਿਆ ਵੀ ਇੱਕ ਲੈਟਰ ਦੇ ਦੋ ਮਤਲਬ ਕਿ ਇੱਕ ਲੈਟਰ ਦੇ ਦੋ ਆਂਸਰ ਦਾ ਇੱਕ ਲੈਟਰ ਨੂੰ ਆਪਾਂ ਇੱਕ ਤੋਂ ਜ਼ਿਆਦਾ ਵਾਰ ਆਪਾਂ ਯੂਜ਼ ਕਰ ਸਕਦੇ ਹਾਂ। ਜਿਵੇਂ ਕਿ ਤੁਹਾਨੂੰ ਪਤਾ ਵੀ ਬੋਡੀ ਸ਼ੇਪ ਦੀ ਗੱਲ ਤਾਂ ਕਲੀਅਰਲੀ ਉਹਨਾਂ ਨੇ ਕੀਤੀ ਹੋਈ ਆ ਨਾ, ਵੀ ਉਹਨਾਂ ਦੀ 30 ਪਾਊਂਡ ਵੇਟ ਹੁੰਦਾ, ਜਿਹੜਾ ਬੁੜੀਆਂ ਹੁੰਦੀਆਂ ਨੇ ਓਟਰਸ ਵਾਲੀਆਂ ਉਹਨਾਂ ਦਾ 16 ਪਾਊਂਡ ਹੁੰਦਾ। ਉਸ ਤੋਂ ਬਾਅਦ ਉਹਨਾਂ ਦੀ ਕੰਡੀਸ਼ਨ ਕਿਹੋ ਜਿਹੀ ਹੁੰਦੀ, ਉਹਨਾਂ ਦੇ ਫਰ ਲੱਗੇ ਹੁੰਦੇ ਨੇ। ਅਤੇ ਇੱਕ ਇਹਨਾਂ ਨੇ ਹੀਟ ਲੋਸ ਦੀ ਗੱਲ ਕੀਤੀ ਥਰਮਲ ਵਰਡ ਯੂਜ਼ ਕਰਕੇ, ਹੈ ਨਾ। ਤਾਂ ਇਹ ਦੋ ਹੀ ਆਪਣੀਆਂ ਜਿਹੜੀਆਂ ਐਗਜ਼ੈਕਟ ਆਪਸ਼ਨ ਬਣਦੀਆਂ ਨੇ, ਇਹਦੇ ਕਰਕੇ ਆਪਣਾ ਸੈਕਿੰਡ ਦਾ ਆਨਸਰ ਵੀ ਇਹ ਆ ਜਾਊਗਾ ਅਤੇ 9 ਦਾ ਆਨਸਰ ਵੀ ਆਪਣਾ ਇਹ ਆ ਜਾਊਗਾ। ਓਕੇ, ਇਹ ਹੋ ਗਿਆ ਕਲੀਅਰ। ਅਤੇ ਉਸ ਤੋਂ ਬਾਅਦ ਜਿਵੇਂ ਕਿ ਮੈਂ ਤੁਹਾਨੂੰ ਕਹਿਣਾ ਹੁੰਦਾ ਵੀ ਜਿਹਦੀ ਲੈਂਥ ਛੋਟੀ ਹੁੰਦੀ ਆ ਉਹ ਪਹਿਲਾਂ ਪੜ੍ਹ ਲਿਆ ਕਰੋ, ਪਹਿਲਾਂ ਜ਼ਰੂਰੀ ਕਰੀਦਾ ਹੁੰਦਾ। ਪੈਸੇਜ ਤਾਂ ਪੜ੍ਹੀਦਾ ਹੁੰਦਾ, ਉਸ ਤੋਂ ਜਿਨ੍ਹਾਂ ਦੀ ਲੈਂਥ ਛੋਟੀ ਆ ਉਹ ਕਰ ਲਿਆ ਕਰੋ। ਪਰ ਮੈਂ ਇੱਥੇ ਸੀਰੀਜ਼ ਵਾਈਜ਼ ਹੀ ਕਰੂੰਗਾ, ਕਿਉਂਕਿ ਫਿਰ ਮੈਂ ਉਲਝ ਜਾਂਦਾ ਹੁੰਦਾ ਨਾ ਵੀ ਕਿਹੜਾ ਹੋ ਗਿਆ। ਪਰ ਤੁਸੀਂ ਆਪਣੀ ਪ੍ਰੈਕਟਿਸ ਕਰੋ ਵੀ ਜਿਹੜਾ ਛੋਟਾ ਉਹ ਕਰ ਸਕਦੇ ਹੋ, ਕਿਉਂਕਿ ਇੱਦਾਂ ਐਂ ਹੁੰਦਾ ਨਾ ਵੀ ਜਿਹੜਾ ਆਪਣਾ ਹੋ ਗਿਆ ਜਦੋਂ ਆਪਾਂ ਉਹਦੇ ਉੱਤੇ ਕਰਾਂਗੇ ਸੀਟ ਦੇ ਉੱਤੇ ਉਹਦੇ ਆਪਾਂ ਕਾਢੀ ਮਾਰ ਦਿੰਦੇ ਹੁੰਦੇ ਹਾਂ। ਹੁਣ ਇੱਥੇ ਮੈਂ ਕਾਢੀ ਮਾਰ ਨਹੀਂ ਸਕਦਾ, ਮੇਰੀ ਕਾਢੀ ਫਿਰ ਮਿਟ ਜਾ ਕਰਨੀ ਹੈ ਨਾ, ਫਿਰ ਆਪਾਂ ਉਲਝ ਜਾਂਦੇ ਹਾਂ, ਇੱਥੇ ਆਪਣਾ ਟਾਈਮ ਖਰਾਬ ਹੋਊਗਾ। ਇਸ ਕਰਕੇ ਮੈਂ ਸੀਰੀਜ਼ ਵਾਈਜ਼ ਹੀ ਕਰ ਰਿਹਾ, ਪਰ ਤੁਸੀਂ ਇੱਦਾਂ ਕਰ ਸਕਦੇ ਹੋ। ਓਕੇ, ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ। ਅਤੇ ਉਸ ਤੋਂ ਬਾਅਦ ਆਪਣਾ ਜਿਹੜਾ ਬੀ ਪੈਸੇਜ ਆਪਾਂ ਨੂੰ ਪੜ੍ਹਨਾ ਪਊਗਾ। ਬੀ ਦੇ ਵਿੱਚ ਆਪਾਂ ਦੇਖਾਂਗੇ ਕਾਹਦੀ ਉਹਨਾਂ ਨੇ ਗੱਲ ਕੀਤੀ ਹੋਈ ਹੈ। ਧਿਆਨ ਦੇ ਨਾਲ ਆਪਾਂ ਬੀ ਪੈਸੇਜ ਨੂੰ ਜਿਹੜਾ ਕਿ ਸਮਝਣ ਦੀ ਕੋਸ਼ਿਸ਼ ਕਰਾਂਗੇ। ਤਾਂ ਆਪਦਾ ਧਿਆਨ ਜਿਵੇਂ ਮੈਂ ਬੋਲੀ ਜਾਊਂਗਾ ਉੱਥੇ ਆਪਦੀ ਨਿਗਾਹ ਘੁਮਾਈ ਜਾਇਓ, ਠੀਕ ਹੈ। ਕਹਿੰਦਾ ਸੈਂਟ ਇਜ਼ ਯੂਜ਼ਡ ਫਾਰ ਹੰਟਿੰਗ ਔਨ ਲੈਂਡ। ਕਹਿੰਦਾ ਸੇਂਟ ਕੁਝ ਉਹਨੂੰ ਯੂਜ਼ ਕੀਤਾ ਜਾਂਦਾ ਧਰਤੀ ਉੱਤੇ ਹੰਟ ਕਰਨ ਦੇ ਲਈ, ਹੈ ਨਾ। ਹੰਟ ਕੀ ਹੁੰਦਾ, ਸ਼ਿਕਾਰ ਕਰਨਾ, ਹੈ ਨਾ। ਫਾਰ ਕਮਿਊਨੀਕੇਸ਼ਨ ਐਂਡ ਫਾਰ ਡਿਟੈਕਟਿੰਗ ਡੇਂਜਰ, ਅਤੇ ਨਾਲ ਦੀ ਨਾਲ ਕਮਿਊਨੀਕੇਸ਼ਨ ਦੇ ਲਈ ਵੀ ਯੂਜ਼ ਹੁੰਦਾ ਅਤੇ ਡੇਂਜਰ ਨੂੰ ਡਿਟੈਕਟ ਕਰਨ ਲਈ, ਖਤਰੇ ਨੂੰ ਡਿਟੈਕਟ ਕਰਨ ਦੇ ਲਈ ਵੀ ਯੂਜ਼ ਕੀਤਾ ਜਾਂਦਾ। ਸੀਂਟ ਪਤਾ ਨਹੀਂ SCENT ਕੀ ਕਹਿ ਰਿਹਾ ਇਹ, ਕੋਈ ਚੱਕਰ ਨਹੀਂ। ਕਹਿੰਦਾ ਓਟਰਾਈਨ ਸੈਂਸ ਆਫ ਸਮੈਲ ਇਜ਼ ਲਾਈਕਲੀ ਟੂ ਬੀ ਸਿਮਿਲਰ ਇਨ ਸੈਂਸਿਟੀਵਿਟੀ ਟੂ ਡੋਗਸ। ਕਹਿੰਦਾ ਜਿਹੜੀ ਓਟਰ ਦੀ ਇੱਥੇ ਪੜ੍ਹ ਰਹੇ ਆਪਾਂ। ਕਹਿੰਦਾ ਓਟਰਾਈਨ ਦੇ ਵਿੱਚ ਕਿਹੜੀ ਓਟਰਸ ਦੇ ਵਿੱਚ ਇੱਕ ਸੈਂਸ ਹੁੰਦੀ ਆ ਸਮੈਲ ਦੀ, ਹੈ ਨਾ, ਉਹ ਕਿੱਦਾਂ ਵਰਗੀ ਹੁੰਦੀ ਆ, ਕੁੱਤਿਆਂ ਵਰਗੀ ਹੁੰਦੀ ਆ ਨਾ। ਕਹਿੰਦਾ ਵੀ ਉਹ ਤੋਂ ਅੱਗੇ ਕੀ ਕਹਿੰਦਾ ਉਹ
ਕਹਿੰਦਾ ਓਟਰਸ ਹੈਵ ਸਮਾਲ ਆਈਜ਼, ਉਹਨਾਂ ਦੀਆਂ ਅੱਖਾਂ ਹੁੰਦੀਆਂ ਨੇ ਛੋਟੀਆਂ, ਠੀਕ ਹੈ। ਆਰ ਪ੍ਰੋਬੇਬਲੀ ਸ਼ਾਰਟ ਸਾਈਟਡ ਔਨ ਲੈਂਡ, ਕਹਿੰਦਾ ਉਹ ਜਿਹੜੇ ਕਿ ਉਹਨਾਂ ਨੂੰ ਘੱਟ ਦਿਖਾਈ ਦਿੰਦਾ ਹੁੰਦਾ ਧਰਤੀ ਦੇ ਉੱਤੇ, ਲੈਂਡ ਦੇ ਉੱਤੇ। ਬਟ ਦੇ ਡੂ ਹੈਵ ਅ ਐਬਿਲਿਟੀ ਟੂ ਮੋਡੀਫਾਈ ਦਾ ਸ਼ੇਪ ਆਫ ਦਾ ਲੈਂਜ ਇਨ ਦਾ ਆਈ ਟੂ ਮੇਕ ਇਟ ਮੋਰ ਸਫੇਰੀਕਲ, ਪਰ ਉਹਨਾਂ ਦੇ ਕੋਲ ਕਹਿੰਦਾ ਐਬਿਲਿਟੀ ਹੁੰਦੀ ਆ ਆਪਦੇ ਜਿਹੜੇ ਕਿ ਸ਼ੇਪ ਨੂੰ ਮੋਡੀਫਾਈ ਕਰਨ ਦੀ, ਹੈ ਨਾ। ਕਹਿੰਦਾ ਮਤਲਬ ਕਿ ਆਪਦੀ ਜਿਹੜੀ ਉਹ ਲੈਂਜ ਦੀ ਸ਼ੇਪ ਆ ਉਹਨੂੰ ਉਹ ਚੇਂਜ ਕਰ ਲੈਂਦੇ ਆ, ਹੈ ਨਾ। ਇਹ ਚੀਜ਼ ਉਹਨਾਂ ਨੇ ਕਹੀ ਗਈ ਆ। ਅਤੇ ਉਸ ਤੋਂ ਬਾਅਦ ਅੱਗੇ ਕੀ ਕਹਿ ਰਿਹਾ ਉਹ, ਟੂ ਮੇਕ ਅ ਸਫੈਰੀਕਲ ਐਂਡ ਹੈਂਸ ਓਵਰਕਮ ਦਾ ਰਿਫਰੈਕਸ਼ਨ ਆਫ ਵਾਟਰ। ਇਹਦੇ ਨਾਲ ਕੀ ਹੋ ਜਾਂਦਾ, ਜਿਹੜੀ ਉਹਨੂੰ ਵਾਟਰ ਦੀ ਰਿਫਰੈਕਸ਼ਨ ਹੁੰਦੀ ਆ ਉਹਨੂੰ ਉਹ ਮਤਲਬ ਉਹ ਤੋਂ ਆਪਦੀ ਆਈਜ਼ ਨੂੰ ਪ੍ਰੋਟੈਕਟ ਕਰ ਸਕਦੇ ਆ, ਠੀਕ ਹੈ। ਕਹਿੰਦਾ ਇਨ ਕਲੀਅਰ ਵਾਟਰ ਐਂਡ ਗੁੱਡ ਲਾਈਟ, ਕਹਿੰਦਾ ਕਲੀਅਰ ਵਾਟਰ ਦੇ ਜਿੱਥੇ ਲਾਈਟ ਬਹੁਤ ਵਧੀਆ ਹੋਵੇ ਨਾ, ਗੁੱਡ ਹੋਵੇ, ਉੱਥੇ ਕੀ ਕਹਿੰਦਾ ਓਟਰਸ ਕੈਨ ਹੰਟ ਫਿਸ਼ ਬਾਈ ਸਾਈਟ, ਕਹਿੰਦਾ ਜਿਹੜੇ ਓਟਰਸ ਨੇ ਉਹ ਜਿਹੜੇ ਕਿ ਫਿਸ਼ ਨੂੰ ਹੰਟ ਕਰ ਸਕਦੇ ਆ ਬਹੁਤ ਈਜ਼ੀਲੀ, ਹੈ ਨਾ, ਬਾਈ ਸਾਈਟ, ਮਤਲਬ ਕਿ ਆਪਦੀ ਨਿਗਾਹ ਦੇ ਨਾਲ ਹੀ ਉਹਨੂੰ ਹੰਟ ਕਰ ਸਕਦੇ ਆ, ਮਤਲਬ ਕਿ ਉਹਨਾਂ ਨੂੰ ਕਲੀਅਰ ਦਿਖਾਈ ਦਿੰਦਾ ਹੁੰਦਾ। ਕਹਿੰਦਾ ਓਟਰਸ ਆਈਜ਼ ਐਂਡ ਨੋਸਟਰਿਕ ਆਰਕ ਪਲੇਸਡ ਹਾਈ ਔਨ ਇਟਸ ਹੈਡ, ਕਹਿੰਦਾ ਜਿਹੜੀਆਂ ਇਹਦੀਆਂ ਅੱਖਾਂ ਹੁੰਦੀਆਂ ਨੇ ਉਹ ਕਿੱਥੇ ਹੁੰਦੀਆਂ ਨੇ, ਇਹਦੇ ਹੈੱਡ ਦੇ, ਮਤਲਬ ਕਿ ਹਾਈ ਔਨ ਇਟਸ ਹੈਡ, ਮਤਲਬ ਕਿ ਸਿਰ ਦੇ ਉੱਤੇ ਇਹਨਾਂ ਦੀਆਂ ਹੁੰਦੀਆਂ ਨੇ। ਐਂਡ ਦੈਟ ਇਟ ਕੈਨ ਸੀ ਐਂਡ ਬ੍ਰੈਥ ਈਵਨ ਵੈਨ ਦਾ ਰੈਸਟ ਔਨ ਦਾ ਬੋਡੀ ਇਜ਼ ਸਬਮਰਜਡ। ਉਹ ਪਤਾ ਕਿਉਂ ਹੁੰਦੀਆਂ ਨੇ, ਕਹਿੰਦਾ ਵੀ ਵੀ ਇਹਦੇ ਕਰਕੇ ਹੁੰਦੀਆਂ ਨੇ ਵੀ ਉਹ ਦੇਖ ਵੀ ਸਕਣ ਅਤੇ ਸਾਹ ਵੀ ਲੈ ਸਕਣ, ਹੈ ਨਾ। ਮਤਲਬ ਜਦੋਂ ਉਹਨਾਂ ਦੀ ਸਾਰੀ ਬੋਡੀ ਮਤਲਬ ਕਿ ਪਾਣੀ ਦੇ ਵਿੱਚ ਹੋਵੇ ਨਾ, ਮਤਲਬ ਕਿ ਉਹ ਆਪਦੇ ਸਿਰ ਨੂੰ ਉੱਪਰ ਰੱਖ ਲੈਂਦੇ ਹੋਣਗੇ, ਅਤੇ ਉਹਦੇ ਨਾਲ ਜਿਹੜੀਆਂ ਕਿ ਉਹ ਜਿਹੜੀਆਂ ਆਈਜ਼ ਨੇ ਉਹਨਾਂ ਦੀਆਂ ਉਹ ਉੱਪਰ ਰਹਿੰਦੀਆਂ ਨੇ, ਅਤੇ ਉਹਨਾਂ ਦਾ ਨੱਕ ਵੀ ਹੋ ਸਕਦਾ ਵੀ ਉੱਥੇ ਹੀ ਹੋਵੇ, ਹੈ ਨਾ। ਤਾਂ ਹੋ ਸਕਦਾ ਨੋਸਟਰਿਲ ਆਰਕ ਨੱਕ ਨੁੱਕ ਨੂੰ ਹੀ ਕਿਹਾ ਹੋਵੇ, ਵੀ ਉਹਦੇ ਕਰਕੇ ਉਹ ਜਦੋਂ ਉਹਨਾਂ ਦੀ ਸਰੀਰ ਡੁੱਬ ਵੀ ਜਾਂਦਾ ਤਾਂ ਵੀ ਉਹ ਸਾਹ ਲੈਣ ਦੇ ਅਤੇ ਦੇਖਣ ਦੇ ਕਾਬਲ ਹੁੰਦੇ ਨੇ। ਦੀ ਲੌਂਗ ਵਿਸਕਰਸ ਗਰੋਇੰਗ ਅਰਾਊਂਡ ਦਾ ਮਜ਼ਲ ਆਰ ਯੂਜ਼ ਟੂ ਡਿਟੈਕਟ ਦਾ ਪ੍ਰੈਜੈਂਸ ਆਫ ਫਿਸ਼। ਇੱਕ ਇਹਨਾਂ ਨੇ ਚੀਜ਼ ਦੀ ਗੱਲ ਕੀਤੀ ਆ ਵੀ ਲੌਂਗ ਵਿਸਕਰ ਹੋ, ਉਹਨਾਂ ਦਾ ਕੋਈ ਵਿਸਕਰ ਬੁਸਕਰ ਹੋਊਗਾ, ਉਹ ਕਿੱਥੇ ਹੁੰਦੇ ਨੇ, ਉਹ ਮਜ਼ਲ ਦੇ ਆਲੇ ਦੁਆਲੇ ਕਹਿੰਦਾ ਗਰੋ ਕਰਦੇ ਨੇ। ਉਹ ਕਾਹਦੇ ਵਾਸਤੇ, ਉਹ ਡਿਟੈਕਟ ਕਰਨ ਦੇ ਲਈ ਯੂਜ਼ ਕੀਤੇ ਜਾਂਦੇ ਆ ਵੀ ਕੋਈ ਆਲੇ ਦੁਆਲੇ ਫਿਸ਼ ਹੈਗੀ ਆ ਜਾਂ ਨਹੀਂ। ਕਹਿੰਦਾ ਦੇ ਡਿਟੈਕਟ ਰੈਗੂਲਰ ਵਾਈਬਰੇਸ਼ਨ ਕਾਊਜ਼ਡ ਬਾਈ ਦਾ ਬੀਟ ਆਫ ਦਾ ਫਿਸ਼ ਟੇਲ, ਕਹਿੰਦਾ ਉਹ ਜਿਹੜੀਆਂ ਰੈਗੂਲਰ ਵਾਈਬਰੇਸ਼ਨ ਨਹੀਂ ਹੁੰਦੀ ਜਦੋਂ ਜਿਹੜੀ ਫਿਸ਼ ਹੁੰਦੀ ਆ, ਮਛਲੀ ਹੁੰਦੀ ਆ, ਆਪਦੀਆਂ ਜਿਹੜੀ ਉਹ ਟੇਲ ਆਪਦੀ ਪੂੰਛ ਦੀ ਮਤਲਬ ਕਿ ਹਿਲਾਉਂਦੀ ਹੁੰਦੀ ਆ, ਉੱਥੋਂ ਜਿਹੜੀ ਬੀਟ ਨਿਕਲਦੀ ਹੁੰਦੀ ਆ ਨਾ, ਜਿਹੜਾ ਆਵਾਜ਼ ਨਿਕਲਦੀ ਹੁੰਦੀ ਆ, ਕਹਿੰਦਾ ਉਹ ਵਾਈਬਰੇਸ਼ਨ ਉਹ ਡਿਟੈਕਟ ਕਰ ਲੈਂਦੇ ਆਪਦੇ ਵਿਸਕਰ ਦੇ ਨਾਲ, ਹੈ ਨਾ। ਕਹਿੰਦਾ ਦਿਸ ਅਲਾਓ ਓਟਰਸ ਟੂ ਹੰਟ ਈਵਨ ਇਨ ਅ ਵੈਰੀ ਮਰਕੀ ਵਾਟਰ, ਕਹਿੰਦਾ ਇਹ ਜਿਹੜਾ ਕਿ ਅਲਾਓ ਕਰਦਾ ਓਟਰਸ ਨੂੰ ਮਰਕੀ ਵਾਟਰ ਦੇ ਵਿੱਚ ਵੀ ਹੰਟ ਕਰਨ ਦੇ ਲਈ, ਕਹਿੰਦਾ ਠੀਕ ਹੈ। ਕਹਿੰਦਾ ਅੰਡਰਵਰਟ ਦਾ ਓਟਰ ਹੋਲਡਸ ਇਟਸ ਲੈਗਸ ਅਗੇਂਸਟ ਦਾ ਬੋਡੀ, ਕਹਿੰਦਾ ਧਰਤੀ ਦੇ ਪਾਣੀ ਦੇ ਵਿੱਚ ਉਹ ਆਪਦੀ ਬੋਡੀਜ਼ ਦੇ ਜਿਹੜਾ ਆਪਦੇ ਮਤਲਬ ਕਿ ਉਹਦੇ ਜਿਹੜੇ ਪੈਰ ਹੁੰਦੇ ਨੇ, ਲੈਗ, ਉਹ ਆਪਦੀ ਜਿਹੜੀ ਬੋਡੀ ਦੀ ਡਾਇਰੈਕਸ਼ਨ ਦੇ ਵਿੱਚ ਰੱਖ ਲੈਂਦਾ, ਠੀਕ ਹੈ। ਕਹਿੰਦਾ ਐਕਸੈਪਟ ਬਾय ਸਟੀਅਰਿੰਗ ਐਂਡ ਦਾ ਹਾਈਂਡ ਐਂਡ ਬੋਡੀ ਇਜ਼ ਫਿਲੈਕਸਡ ਇਨ ਅ ਸੀਰੀਜ਼ ਆਫ ਵਰਟੀਕਲ ਅੰਡੂਲੇਸ਼ਨ, ਠੀਕ ਹੈ, ਅੱਗੇ ਪੜ੍ਹੋ ਕੋਈ ਚੱਕਰ ਨਹੀਂ। ਕਹਿੰਦਾ ਰਿਵਰ ਓਟਰ ਹੈਵ ਵੈਬਿੰਗ ਵਿਚ ਐਕਸਟੈਂਡਸ ਫਾਰ ਮਚ ਆਫ ਦਾ ਲੈਂਥ ਆਫ ਈਚ ਡਿਜ਼ਟ ਥੋ ਨਾਟ ਟੂ ਵੈਰੀ ਐਂਡ। ਕਹਿੰਦਾ ਗਾਇੰਟ ਓਟਰਸ ਐਂਡ ਸੀ ਓਟਰਸ ਹੈਵ ਈਵਨ ਮੋਰ ਪ੍ਰੋਮੀਨੈਂਟ ਵੈਬਸ। ਹੁਣ ਵੈਬਸ ਵੁਬਸ ਦੀ ਇੱਥੇ ਗੱਲ ਕਰ ਰਹੇ ਆ, ਪਰ ਆਪਾਂ ਨੂੰ ਮੈਨੂੰ ਲੱਗਦਾ ਨਹੀਂ ਇਹਦੀ ਲੋੜ ਹੈਗੀ ਆ। ਕਹਿੰਦਾ ਵਾਈਲ ਦਾ ਏਸ਼ੀਅਨ ਸ਼ਾਰਟ ਕਲਾਉਡ ਓਟਰ ਹੈਜ਼ ਨੋ ਵੈਬਿੰਗ, ਹੁਣ ਵੈਬਿੰਗ ਹੀ ਨਹੀਂ ਆਪਾਂ ਨੂੰ ਪਤਾ ਕੀ ਹੁੰਦੀ ਆ ਨਾ, ਚਲੋ ਕੋਈ ਨਹੀਂ। ਦੇ ਹੰਟ ਫਾਰ ਸ਼੍ਰਿੰਪਸ ਇਨ ਡਿਚ, ਮਤਲਬ ਕਿ ਇੱਥੇ ਕਾਫੀ ਕੰਪਲੈਕਸ ਕਰਤਾ ਕੰਮ ਇਹਨਾਂ ਨੇ ਆ ਕੇ ਨਾ, ਮਤਲਬ ਕਿ ਕੋਈ ਵੀ ਚੀਜ਼ ਸਮਝ ਨਹੀਂ ਆ ਰਹੀ। ਐਂਡ ਪੈਡੀ ਫੀਲ ਸੋ ਦੈਟ ਦੇ ਡੂ ਨਾਟ ਨੀਡ ਦਾ ਸਵੀਮਿੰਗ ਸਪੀਡ। ਓਟਰਸ, ਹੁਣ ਈਅਰਸ ਦੀ ਗੱਲ ਕਰ ਰਹੇ ਨੇ ਲਾਸਟ 'ਤੇ, ਕਹਿੰਦਾ ਓਟਰਸ ਈਅਰਸ ਆਰ ਪ੍ਰੋਟੈਕਟਡ ਬਾਈ ਵਾਲਵਸ ਵਿਚ ਕਲੋਜ਼ ਦੈਮ ਅਗੇਂਸਟ ਵਾਟਰ ਪ੍ਰੈਸ਼ਰ। ਕਹਿੰਦਾ ਉਹਨਾਂ ਦੇ ਜਿਹੜੇ ਈਅਰ ਨੇ ਉਹ ਕਾਹਦੇ ਨਾਲ ਪ੍ਰੋਟੈਕਟ ਕੀਤੇ ਜਾਂਦੇ ਆ, ਵਾਲਵ ਦੇ ਨਾਲ ਪ੍ਰੋਟੈਕਟ ਹੁੰਦੇ ਆ, ਜਿਹੜਾ ਕਿ ਉਹਨਾਂ ਨੂੰ ਮਤਲਬ ਕਿ ਵਿਚ ਕਲੋਜ਼ ਦੈਮ, ਜਿਹੜੇ ਕਿ ਈਅਰਸ ਨੂੰ ਕਲੋਜ਼ ਕਰ ਦਿੰਦੇ ਆ ਵਾਟਰ ਪ੍ਰੈਸ਼ਰ ਦੇ ਅਗੇਂਸਟ, ਠੀਕ ਹੈ। ਮਤਲਬ ਕਿ ਇਹਦੇ ਨਾਲ ਉਹਨਾਂ ਦੀ ਈਅਰ ਪ੍ਰੋਟੈਕਟ ਹੋ ਜਾਂਦੇ ਹੈਗੇ। ਅਤੇ ਹੁਣ ਜਾ ਕੇ ਆਪਾਂ ਨੂੰ ਆਨਸਰ ਆਪਣੇ ਲੱਭਣੇ ਪੈਣਗੇ, ਜਿਵੇਂ ਕਿ ਤੁਹਾਨੂੰ ਪਤਾ ਵੀ ਆਪਾਂ ਜਿਹੜੇ ਕਿ ਐਲੀਮੀਨੇਸ਼ਨ ਮੈਥਡ ਜਿਹੜਾ ਕਿ ਯੂਜ਼ ਕਰਦੇ ਹੁੰਦੇ ਹਾਂ, ਹੈ ਨਾ। ਤਾਂ ਜਿਹੜੇ ਆਨਸਰ ਆਪਣੇ ਹੋ ਚੁੱਕੇ ਨੇ ਆਪਾਂ ਉਹਨਾਂ ਨੂੰ ਕਰ ਦਾਂਗੇ ਨੈਗਲੈਕਟ ਦਾ, ਤੁਸੀਂ ਧਿਆਨ ਰੱਖਿਓ ਵੀ ਕਿਹੜੇ ਆਨਸਰ ਆਪਣੇ ਹੋ ਚੁੱਕੇ ਨੇ। ਤਾਂ ਇੱਕ ਆਪਣਾ ਸੈਕਿੰਡ ਇਹਦਾ ਆਨਸਰ ਏ ਆ ਗਿਆ ਸੀ। ਉਸ ਤੋਂ ਬਾਅਦ ਆਪਣਾ ਇੱਕ ਹੋਰ ਸੀ 9th, ਠੀਕ ਹੈ। ਅਤੇ ਜੇ ਆਪਾਂ ਰੀਡ ਕਰੀਏ ਫਸਟ ਜਿਹੜੀ ਆਪਸ਼ਨ ਆ ਉਹ ਕੀ ਕਹਿ ਰਹੀ ਹੈ, ਜਿਹੜਾ ਕਹਿੰਦਾ ਓਟਰਸ ਆ ਉਹ ਅੰਡਰ ਵਾਟਰ ਉਹਨਾਂ ਦਾ ਵਿਜ਼ਨ ਕਿਹੋ ਜਿਹਾ ਹੁੰਦਾ, ਹੈ ਨਾ। ਹਾਊ ਓਟਰਸ ਰੈਗੂਲੇਟ ਵਿਜ਼ਨ ਅੰਡਰ ਵਾਟਰ, ਜਾਣੀ ਕਿ ਅੰਡਰ ਵਾਟਰ ਉਹ ਵਿਜ਼ਨ ਕਿੱਦਾਂ ਰੈਗੂਲੇਟ ਕਰਦੇ, ਜਿਵੇਂ ਕਿ ਤੁਹਾਨੂੰ ਪਤਾ ਹੀ ਹੋਣਾ ਵੀ ਗੱਲ ਹੋਈ ਸੀ ਨਾ ਵੀ ਪਾਣੀ ਦੇ ਅੰਦਰ ਜਾ ਕੇ ਉਹ ਜਿਹੜੇ ਲੈਂਜ ਦੀ ਸ਼ੇਪ ਆ ਉਹਨੂੰ ਚੇਂਜ ਕਰ ਲੈਂਦੇ, ਇਹਦੇ ਕਰਕੇ ਇਹਦੇ ਉੱਤੇ ਡਾਊਟ ਆ ਰੱਖ ਲੈਂਦੇ ਆ। ਅਤੇ ਉਸ ਤੋਂ ਬਾਅਦ ਐਨ ਰੈਫਰੈਂਸ ਟੂ ਐਨ ਅੰਡਰ ਡਿਵੈਲਪਡ ਸੈਂਸ, ਇੱਕ ਸੈਂਸ ਦੀ ਗੱਲ ਹੋਈ ਸੀ ਵੀ ਜਿਹੜੀ ਉਹਨਾਂ ਦੀ ਪਾਣੀ ਦੇ ਵਿੱਚ ਉਹਨਾਂ ਕੋਲ ਹੁੰਦੀ ਹੈ। ਤਾਂ ਤੁਹਾਨੂੰ ਪਤਾ ਵੀ ਇੱਕ ਉਹਨਾਂ ਕੋਲ ਵਿਸਕਰ ਹੁੰਦੇ ਹੈਗੇ ਜਿਹੜੇ ਕਿ ਉਹ ਡਿਟੈਕਟ ਕਰਦੇ ਹੈਗੇ ਫਿਸ਼ ਦੀ ਵਾਈਬਰੇਸ਼ਨ ਨੂੰ, ਹੈ ਨਾ। ਤਾਂ ਇਹਦੇ ਉੱਤੇ ਵੀ ਡਾਊਟ ਆ, ਇਹਨੂੰ ਵੀ ਰੱਖ ਲੈਂਦੇ ਆ। ਤਾਂ ਚੌਥਾ ਆਪਸ਼ਨ ਹੈਗੀ ਆ ਐਨ ਐਕਸਪਲੇਨੇਸ਼ਨ ਆਫ ਬਾਏ ਐਗਰੀਕਲਚਰ, ਪਰ ਤੁਹਾਨੂੰ ਪਤਾ ਹੀ ਹੋਣਾ ਵੀ ਐਗਰੀਕਲਚਰ ਦੀ ਗੱਲ ਉਹਨਾਂ ਨੇ ਸ਼ੁਰੂ ਹੀ ਨਹੀਂ ਕੀਤੀ ਹਜੇ ਤੱਕ। ਅਤੇ ਨਾਲ ਦੀ ਨਾਲ ਜੇ ਗੱਲ ਕਰੀਏ ਓਟਰਸ ਦੇ ਸੋਸ਼ਲ ਕਰੈਕਟਰਿਸਟਿਕਸ ਦੀ ਗੱਲ ਆਹ ਪੈਰਾਗ੍ਰਾਫ ਵਿੱਚ ਵੀ ਨਹੀਂ ਹੋਈ। ਅਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਇਹ ਡਿਸਕ੍ਰਿਪਸ਼ਨ ਆਫ ਬੇਬੀ ਓਟਰ, ਉਹਨਾਂ ਦੇ ਹਜੇ ਤੱਕ ਵੀ ਨਹੀਂ ਜੰਮੇ। ਉਸ ਤੋਂ ਬਾਅਦ ਗੱਲ ਕਰੀਏ ਕਨਫਲਿਕਟਡ ਓਪੀਨੀਅਨ ਟੂ ਔਨ ਹਾਊ ਟੂ ਪ੍ਰੀਜ਼ਰਵ, ਓਪੀਨੀਅਨ ਦੀ ਗੱਲ ਕੀਤੀ ਗਈ ਹੋਵੇ ਵੀ ਉਹ ਬਚਦੇ ਕਿੱਦਾਂ ਨੇ, ਮਤਲਬ ਜਿਉਂਦੇ ਕਿੱਦਾਂ ਨੇ ਨਾ, ਇਹਦੀ ਵੀ ਨਹੀਂ ਗੱਲ ਹੋਈ ਹਜੇ।
ਇਹ ਰੈਫਰੈਂਸ ਟੂ ਐਕਟ ਜਿਹੜਾ ਉਹਨਾਂ ਨੂੰ ਬਚਾਉਣ ਦੇ ਲਈ ਕੀਤਾ ਗਿਆ ਹੋਵੇ, ਇਹਦੀ ਵੀ ਨਹੀਂ ਗੱਲ ਹੋਈ। ਤਾਂ ਆਪਣੇ ਕੋਲੇ ਦੋ ਆਪਸ਼ਨਾਂ ਬਚੀਆਂ ਨੇ, ਦੋਨੋਂ ਹੀ ਆਪਣੇ ਕਰੈਕਟ ਆਨਸਰ ਨੇ, ਕਿਉਂਕਿ ਵਿਜ਼ਨ ਦੀ ਗੱਲ ਵੀ ਕੀਤੀ ਆ, ਇੱਕ ਉਹਨਾਂ ਕੋਲੇ ਸੈਂਸ ਵੀ ਹੈਗੀ ਆ ਕਿ ਅੰਡਰ ਡਿਵੈਲਪ, ਜਿਹੜੀ ਕਿ ਉਹਨਾਂ ਨੂੰ ਹੰਟ ਕਰਨ ਦੇ ਵਿੱਚ ਉਹਨਾਂ ਦੀ ਹੈਲਪ ਕਰਦੀ ਆ। ਤਾਂ ਦੋ ਆਪਣੇ ਪੈਸੇਜ ਹੋ ਚੁੱਕੇ ਆ। ਸੀ ਵੱਲ ਵੱਧਦੇ ਆਂਗੇ। ਸੀ ਦੇ ਵਿੱਚ ਦੇਖਦੇ ਹਾਂ ਕੀ ਕਹਿੰਦੇ ਆਪਾਂ ਨੂੰ। ਸੀ ਦੇ ਵਿੱਚ ਇਹਨਾਂ ਨੇ ਕਿਹਾ ਹੋਇਆ, ਕਹਿੰਦਾ ਇਹ ਨੰਬਰ ਆਫ ਕੰਸਟ੍ਰੇਂਟਸ ਐਂਡ ਪ੍ਰੈਫਰੈਂਸ ਲਿਮਟ ਸਿਊਟੇਬਲ ਹੈਬੀਟੇਟਸ ਫਾਰ ਓਟਰਸ। ਕਹਿੰਦਾ ਜਿਹੜੀਆਂ ਨੰਬਰ ਆਫ ਕੰਸਟ੍ਰੇਂਟ ਕੀ ਹੁੰਦੀਆਂ ਨੇ, ਰੁਕਾਵਟਾਂ ਹੈ ਨਾ, ਇਹ ਉਹਨਾਂ ਨੂੰ ਬਚਾਉਂਦੀਆਂ, ਮਤਲਬ ਕਿ ਉਹਨਾਂ ਦੇ ਉੱਤੇ ਕਹਿ ਸਕਦੇ ਹਾਂ ਕਿ ਰੋਕ ਲਾਉਂਦੀਆਂ ਨੇ ਕੀ ਕਰਨ ਦੇ ਲਈ। ਐਂਡ ਪ੍ਰੈਫਰੈਂਸ ਲਿਮਟ ਸਿਊਟੇਬਲ, ਉਹਨਾਂ ਦੇ ਜਿਹੜੇ ਹੈਬੀਟੈਟ ਨੇ ਹੈ ਨਾ, ਹੈਬੀਟੈਟ ਕਿੱਥੇ ਉਹ ਰਹਿੰਦੇ ਹੁੰਦੇ ਹੈਗੇ ਵੀ ਸਿਊਟੇਬਲ, ਜਾਣੀ ਕਿ ਸਹੀ ਹੈ ਨਾ, ਵੀ ਜਿਹੜੀਆਂ ਕੁਝ ਕੁ ਰੁਕਾਵਟਾਂ ਆਉਂਦੀਆਂ ਨੇ ਉਹਨਾਂ ਨੂੰ ਉਹਦਾ ਸਹੀ ਹੈਬੀਟੈਟ ਲੱਭਣ ਦੇ ਲਈ ਹੈ ਨਾ। ਕਹਿੰਦਾ ਵਾਟਰ ਇਜ਼ ਅ ਮਸਟ ਐਂਡ ਦਾ ਰਿਵਰਸ ਮਸਟ ਵੀ ਲਾਰਜ। ਕਹਿੰਦਾ ਕੀ ਹੈ, ਕਹਿੰਦਾ ਇੱਕ ਤਾਂ ਵੀ ਵਾਟਰ ਬਹੁਤ ਜ਼ਿਆਦਾ ਹੋਣਾ ਚਾਹੀਦਾ ਨਾ, ਪਾਣੀ, ਅਤੇ ਉਸ ਤੋਂ ਬਾਅਦ ਜਿਹੜਾ ਰਿਵਰ ਆ, ਦਰਿਆ ਗਾ, ਉਹ ਵੀ ਵੱਡਾ ਹੋਣਾ ਚਾਹੀਦਾ। ਇਨਫ ਟੂ ਸਪੋਰਟ ਅ ਹੈਲਦੀ ਪਾਪੂਲੇਸ਼ਨ ਆਫ ਫਿਸ਼। ਕਾਹਦੇ ਲਈ? ਫਿਸ਼ ਦੀ ਹੈਲਦੀ ਪਾਪੂਲੇਸ਼ਨ ਨੂੰ ਸਪੋਰਟ ਕਰਨ ਦੇ ਲਈ। ਕਹਿੰਦਾ ਬੀਇੰਗ ਸੱਚ ਸਾਈ ਐਂਡ ਵੇਰੀ ਕ੍ਰੀਚਰਸ ਦੇ ਵਿਲ ਪ੍ਰੈਫਰ ਟੈਟਰੀਜ਼ ਵੇਅਰ ਮੈਨਸ ਐਕਟੀਵਿਟੀ ਡੂ ਨਾਟ ਇੰਪਿੰਗ ਗ੍ਰੇਟਲੀ। ਕਹਿੰਦਾ ਜਿਹੜੇ ਕਿ ਇਹ ਸ਼ਾਈ ਕ੍ਰੀਚਰ ਹੁੰਦੇ ਨੇ ਵੀ ਸੰਗਦੇ ਜ਼ਿਆਦਾ ਹੁੰਦੇ ਆ, ਜਿਹੜੇ ਕਿ ਓਟਰ ਹੁੰਦੇ ਆ, ਵੀ ਇਹਦੇ ਕਰਕੇ ਉਹੀ ਚੀਜ਼ਾਂ, ਉਹੀ ਏਰੀਆ ਨੂੰ ਪ੍ਰੈਫਰ ਕਰਦੇ ਆ ਜਿੱਥੇ ਜਿਹੜੀ ਕਿ ਹਿਊਮਨ ਦੀ ਐਕਟੀਵਿਟੀ ਹੈ ਨਾ ਉਹ ਘੱਟ ਹੋਵੇ ਨਾ, ਵੀ ਲੋਕ ਜ਼ਿਆਦਾ ਇਨਵੋਲਵ ਨਾ ਹੋਣ, ਲੋਕ ਘੱਟ ਵੱਧ ਜਾਂਦੇ ਹੋਣ ਹੈ ਨਾ। ਅੱਗੇ ਕੀ ਕਹਿੰਦਾ, ਕਹਿੰਦਾ ਆਫ ਕੋਰਸ ਦੇਅਰ ਮਸਟ ਆਲਸੋ ਵੀ ਨੋ ਅਦਰ ਓਟਰ ਆਲਰੇਡੀ ਇਨ ਰੈਜ਼ੀਡੈਂਸ। ਕਹਿੰਦਾ ਹੋ ਸਕਦਾ ਵੀ ਉੱਥੇ ਨਾ ਹੋਰ ਓਟਰ ਵੀ ਨਾ ਰਹਿੰਦਾ ਹੋਵੇ ਹੈ ਨਾ। ਆਲਸੋ ਵੀ ਨੋ ਅਦਰ ਓਟਰ ਆਲਰੇਡੀ ਇਨ ਰੈਜ਼ੀਡੈਂਸ, ਠੀਕ ਹੈ। ਕਹਿੰਦਾ ਦਿਸ ਹੈਜ਼ ਓਨਲੀ ਬਿਕਮ ਸਿਗਨੀਫਿਕੈਂਟ ਅਗੇਨ ਰਿਸੈਂਟਲੀ ਐਜ਼ ਪਾਪੂਲੇਸ਼ਨ ਸਟਾਰਟ ਟੂ ਰਿਕਵਰ। ਕਹਿੰਦਾ ਇਹ ਚੀਜ਼ ਹੁਣ ਕਾਫੀ ਜ਼ਿਆਦਾ ਹੋ ਗਈ ਹੁਣ ਜਦੋਂ ਜਦ ਦੀ ਕਹਿੰਦਾ ਜਿਹੜੀ ਪਾਪੂਲੇਸ਼ਨ ਆ ਉਹ ਰਿਕਵਰ ਹੋਣੀ ਸਟਾਰਟ ਹੋਈ ਆ। ਕਹਿੰਦਾ ਟਿਪੀਕਲ ਰੇਂਜ ਫਾਰ ਅ ਮੇਲ ਰਿਵਰ ਓਟਰ ਮਾਈਟ ਵੀ 25 ਕਿਲੋਮੀਟਰ ਆਫ ਰਿਵਰ। ਕਹਿੰਦਾ ਜੇ ਰੇਂਜ ਦੀ ਗੱਲ ਕਰੀਏ, ਰੇਂਜ ਜਾਣੀ ਕਿ ਉਹ ਕਿੰਨੇ ਕੁ ਏਰੀਏ ਵਿੱਚ ਜਾ ਸਕਦੇ ਹੈ ਨਾ। ਕਹਿੰਦਾ ਜਿਹੜਾ ਇੱਕ ਮੇਲ ਹੈਗਾ ਉਹ 25 ਕਿਲੋਮੀਟਰ ਦੇ ਏਰੀਏ ਵਿੱਚ ਜਾ ਸਕਦਾ ਹੈ ਨਾ। ਕਹਿੰਦਾ ਇਹ ਫੀਮੇਲਸ ਰੇਂਜ ਲੈਸ ਦੈਨ ਹਾਫ ਦਿਸ। ਕਹਿੰਦਾ ਜਿਹੜੀ ਫੀਮੇਲ ਦੀ ਰੇਂਜ ਆ ਉਹ ਇਹ ਤੋਂ ਅੱਧੀ ਹੁੰਦੀ ਆ ਹੈ ਨਾ। ਕਹਿੰਦਾ ਹਾਊਐਵਰ ਦਾ ਪ੍ਰੋਡਕਟੀਵਿਟੀ ਆਫ ਦਾ ਰਿਵਰ ਅਫੈਕਟ ਦਿਸ ਹਿਊਜਲੀ। ਕਹਿੰਦਾ ਜਿਹੜੀ ਰਿਵਰ ਦੀ ਪ੍ਰੋਡਕਟੀਵਿਟੀ ਆ ਇਹਨੂੰ ਕਾਫੀ ਇਫੈਕਟ ਕਰਦੀ ਆ। ਐਂਡ ਵਨ ਸਟੱਡੀ ਫਾਊਂਡ ਮੇਲ ਰੇਂਜਸ ਬਿਟਵੀਨ 12 ਤੋਂ 80 ਕਿਲੋਮੀਟਰ। ਕਹਿੰਦਾ ਇੱਕ ਸਟੱਡੀ ਵਿੱਚ ਇਹ ਲੱਭਿਆ ਗਿਆ, ਕਹਿੰਦਾ ਜਿਹੜਾ ਮੇਲ ਆ ਉਹਦੀ ਰੇਂਜ ਕਿੰਨੀ ਆ ਗਈ 12 ਤੋਂ 80 ਕਿਲੋਮੀਟਰ, ਜਾਣੀ ਕਿ ਉਹ ਘੱਟੋ ਘੱਟ 12 ਅਤੇ ਜ਼ਿਆਦਾ ਤੋਂ ਜ਼ਿਆਦਾ 80 ਕਿਲੋਮੀਟਰ ਦੇ ਵਿੱਚ ਦਾ ਉਹ ਟਰੈਵਲ ਕਰਦਾ ਹੀ ਕਰਦਾ ਕਹਿੰਦਾ ਹੈ ਨਾ। ਕਹਿੰਦਾ ਕੋਸਟਲ ਓਟਰਸ ਹੈਵ ਅ ਮੱਚ ਮੋਰ ਅਬੰਡੈਂਟ ਫੂਡ ਸਪਲਾਈ। ਜਿਹੜੇ ਕੋਸਟਲ ਓਟਰ ਹੁੰਦੇ ਨੇ ਜਿਹੜੇ ਕਿ ਸਮੁੰਦਰਾਂ ਦੇ ਕਿਨਾਰੇ ਦੇ ਉੱਤੇ ਰਹਿੰਦੇ ਆ, ਕਹਿੰਦਾ ਉਹਨਾਂ ਕੋਲ ਹੈ ਨਾ ਫੂਡ ਸਪਲਾਈ ਮਤਲਬ ਕਿ ਅਬੰਡੈਂਟ ਹੁੰਦੇ ਨੇ ਫੂਡ ਸਪਲਾਈ ਦੇ ਲਈ। ਐਂਡ ਰੇਂਜਸ ਪਰ ਮੇਲਸ ਐਂਡ ਫੀਮੇਲਸ ਮੇ ਵੀ ਜਸਟ ਅ ਫਿਊ ਕਿਲੋਮੀਟਰਸ ਆਫ ਕੋਸਟ ਲਾਈਨ। ਅੱਗੇ ਪੜ੍ਹਦੇ ਹਾਂ, ਇਹ ਲਾਈਨ ਮੈਨੂੰ ਸਮਝ ਨਹੀਂ ਆਈ ਟੂ ਬੀ ਵੈਰੀ ਹੋਨੈਸਟ। ਕਹਿੰਦਾ ਬਿਕਾਜ਼ ਮੇਲ ਰੇਂਜਸ ਆਰ ਯੂਜਲੀ ਲਾਰਜਰ। ਕਹਿੰਦਾ ਜਿਵੇਂ ਕਿ ਜਿਹੜਾ ਮੇਲ ਦੀ ਰੇਂਜਸ ਆ ਉਹ ਲਾਰਜ ਹੁੰਦੀ ਆ। ਕਹਿੰਦਾ ਇਹ ਮੇਲ ਓਟਰ ਮੇ ਫਾਈਂਡ ਹਿਜ਼ ਰੇਂਜ ਓਵਰਲੈਪਸ ਵਿਦ 2 or 3 ਫੀਮੇਲਸ ਹੈ ਨਾ। ਮਤਲਬ ਕਿ ਕਹਿੰਦਾ ਜਿਹੜੀ ਮੇਲ ਦੀ ਰੇਂਜ ਹੁੰਦੀ ਆ ਹੈ ਨਾ ਉਹ ਕਿੰਨੀ ਹੁੰਦੀ ਹੈਗੀ, ਉਹ ਮਤਲਬ ਕਿ ਜਾਂ ਤਾਂ ਇਹਨਾਂ ਨੇ ਇੱਦਾਂ ਕਹਿਣਾ ਚਾਹ ਰਹੇ ਨੇ ਵੀ ਉਹ 2 ਜਾਂ 3 ਜਿਹੜੀ ਕਿ ਆਪਣੀ ਫੀਮੇਲ ਦੀ ਰੇਂਜ ਹੁੰਦੀ ਆ ਉਹਨਾਂ ਨੂੰ ਮਿਲਾ ਕੇ ਉਸ ਤੋਂ ਵੀ ਜ਼ਿਆਦਾ ਵੱਧ ਜਾਂਦੀ ਆ ਹੈ ਨਾ। ਮੇਲ ਦੀ ਜਿਹੜੀ ਰੇਂਜ ਆ ਮਤਲਬ ਕਿ ਉਹ ਤਿੱਗਣਾ ਟਰੈਵਲ ਕਰ ਸਕਦਾ ਜਿਹੜਾ ਮੇਲ ਓਟਰ ਆ ਹੈ ਨਾ। ਤਾਂ ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਜਾਂ ਫਿਰ ਇਸ ਤਰੀਕੇ ਨਾਲ ਵੀ ਕਹਿ ਸਕਦੇ ਹਾਂ ਵੀ ਇੱਕ ਜਿਹੜਾ ਮੇਲ ਹੈਗਾ ਉਹ 2-3 ਜਿਹੜਾ ਕਿ ਫੀਮੇਲ ਓਟਰ ਦੇ ਸੰਪਰਕ ਦੇ ਵਿੱਚ ਆਉਂਦਾ, ਠੀਕ ਹੈ। ਕਹਿੰਦਾ ਓਟਰਸ ਵਿਲ ਈਟ ਐਨੀਥਿੰਗ। ਕਹਿੰਦਾ ਜਿਹੜੇ ਓਟਰਸ ਹੁੰਦੇ ਨੇ ਉਹ ਕੁਝ ਵੀ ਖਾ ਸਕਦੇ ਹੈਗੇ। ਐਂਡ ਦੈਟ ਦੇ ਕੈਨ ਗੈਟ ਹੋਲਡ ਆਫ, ਅਤੇ ਉਹੀ ਚੀਜ਼ ਮਤਲਬ ਕਿ ਜਿਹੜੀ ਚੀਜ਼ ਨੂੰ ਹੋਲਡ ਕਰ ਸਕਣ ਹੈ ਨਾ। ਦੇਰ ਆਰ ਰੈਕਰਡਸ ਆਫ ਸਪੈਰੋਜ਼ ਐਂਡ ਸਨੇਕਸ ਐਂਡ ਸਲੰਗਸ ਬੀਂਗ ਗੋਬਲਡ। ਕਹਿੰਦਾ ਇਹਦੇ ਹੈ ਨਾ ਰੈਕਰਡ ਵੀ ਮਿਲੇ ਆ ਵੀ ਸਪੈਰੋ ਦੇ ਚਿੜੀਆਂ, ਸਨੇਕ ਅਤੇ ਹੋਰ ਜਿਹੜੇ ਸਪੀਸੀਜ਼ ਹੋਣਗੇ ਹੋ ਸਕਦਾ ਉਹਨਾਂ ਨੇ ਇਕੱਠੇ ਕੁੱਠੇ ਕਰੇ ਹੁਣ ਗੋਬਲਡ ਹੈ ਨਾ। ਕਹਿੰਦਾ ਅਪਾਰਟ ਫਰੋਮ ਫਿਸ਼ ਦੀ ਮੋਸਟ ਕਾਮਨ ਪ੍ਰੇ ਆਰ ਕਰੇ ਫਿਸ਼। ਕਹਿੰਦਾ ਫਿਸ਼ ਦੇ ਨਾਲੋਂ ਜਿਹੜੀ ਹੋਰ ਚੀਜ਼ ਜਿਹੜੀ ਕਿ ਹੋਰ ਉਹ ਖਾਂਦੇ ਪੀਂਦੇ ਆ ਉਹ ਹੈਗੀ ਆ ਕਰੇ ਫਿਸ਼ ਹੈ ਨਾ। ਉਸ ਤੋਂ ਬਾਅਦ ਅੱਗੇ ਕਹਿੰਦਾ ਕਰੈਬਸ ਐਂਡ ਵਾਟਰ ਬਰਡਸ। ਸਮਾਲ ਮੈਮਲਸ ਆਰ ਓਕੇਸ਼ਨਲੀ ਟੇਕਨ ਮੋਸਟ ਕਾਮਨਲੀ ਰੈਬਿਟਸ ਬਟ ਸਮਟਾਈਮਸ ਈਵਨ ਮੋਲਸ। ਕਹਿੰਦਾ ਜਿਹੜੇ ਸਮਾਲ ਹੁੰਦੇ ਨੇ, ਛੋਟੇ ਹੁੰਦੇ ਨੇ, ਉਹਨਾਂ ਨੂੰ ਉਹ ਜ਼ਿਆਦਾ ਖਾਂਦੇ ਹੈਗੇ ਐਜ਼ ਕੰਪੇਅਰ ਟੂ ਜਿਹੜੇ ਕਿ ਜ਼ਿਆਦਾ ਵੱਡੇ ਹੁੰਦੇ ਹਨ। ਤਾਂ ਜਿਵੇਂ ਕਿ ਇੱਥੇ ਤੁਸੀਂ ਦੇਖੋਗੇ ਇਹਨਾਂ ਨੇ ਇਹਦੀ ਗੱਲ ਕਾਹਦੀ ਕੀਤੀ ਹੈ, ਉਹਦੇ ਕਰੈਕਟਰਿਸਟਿਕਸ ਦੀ ਗੱਲ ਕਰ ਰਹੇ ਨੇ ਹੈ ਨਾ, ਵੀ ਉਹ ਕਿਵੇਂ ਕਿੱਥੇ ਤੱਕ ਜਾ ਸਕਦੇ ਹੈਗੇ ਨਾ ਕਿ 12 ਤੋਂ 80 ਕਿਲੋਮੀਟਰ ਤੱਕ ਜਾਣਗੇ ਉਹ, ਤਾਂ ਫਿਰ ਕਿਸੇ ਨੂੰ ਮਿਲਣਗੇ ਵੀ ਹੈ ਨਾ ਆਪਦੇ ਫਰੈਂਡਸ ਨੂੰ, ਮਤਲਬ ਕਿ ਜੋ ਵੀ ਉਹਨਾਂ ਦਾ ਦੂਜੇ ਨਾਲ ਦੇ ਹੋ ਗਏ ਓਟਰਸ ਹੋ ਗਏ। ਅਤੇ ਉਹਨਾਂ ਨੇ ਦੱਸਿਆ ਵੀ ਉਹ ਕਿੱਦਾਂ ਰਹਿਣਾ ਪਸੰਦ ਕਰਦੇ ਹੈਗੇ ਹੈ ਨਾ, ਵੀ ਕਈ ਵਾਰ ਉਹ ਇਕੱਲੇ ਵੀ ਰਹਿ ਪੈਂਦੇ ਹੈਗੇ ਅਤੇ ਉਹ ਏਰੀਏ ਤੋਂ ਅਵਾਇਡ ਦੂਰ ਰਹਿੰਦੇ ਜਿੱਥੇ ਕਿ ਹਿਊਮਨ ਦੀ ਜਿਹੜੀ ਕਿ ਐਕਟੀਵਿਟੀ ਹੁੰਦੀ ਹੋਵੇ ਹੈ ਨਾ। ਜਾਣੀ ਕਿ ਕੁਝ ਅਜਿਹੀਆਂ ਗੱਲਾਂ ਇਹਨਾਂ ਨੇ ਕੀਤੀਆਂ ਹੋਈਆਂ ਨੇ। ਤਾਂ ਹੁਣ ਆਪਾਂ ਦੇਖਦੇ ਹਾਂ ਵੀ ਆਪਣਾ ਆਨਸਰ ਕੀ ਹੋ ਸਕਦਾ ਗਾ। ਜਿਵੇਂ ਕਿ ਆਪਾਂ 4 ਆਪਸ਼ਨਾਂ ਤਾਂ ਆਪਾਂ ਸਿੱਧੀਆਂ ਹੀ ਕੱਟ ਦੇਣੀਆਂ ਨੇ, ਕਿਉਂਕਿ ਆਪਾਂ 4 ਕਰ ਚੁੱਕੇ ਹਾਂ। ਸਭ ਤੋਂ ਪਹਿਲਾਂ ਆਪਾਂ ਪਹਿਲੀ ਆਪਸ਼ਨ ਕੱਢ ਦਾਂਗੇ ਕਿਉਂਕਿ ਇਹ ਬੀ ਦਾ ਆਨਸਰ ਹੈਗਾ। ਉਸ ਤੋਂ ਬਾਅਦ ਆਪਣੀ ਦੂਜੀ ਵੀ ਕੱਟੀ ਜਾਊ, ਤੀਜੀ ਵੀ ਕੱਟੀ ਜਾਊ ਅਤੇ ਨਾਲ ਦੀ 9ਵੀਂ ਵੀ ਕੱਟੀ ਜਾਊ। ਅਤੇ ਚੌਥਾ ਐਗਰੀਕਲਚਰ ਆ। ਐਗਰੀਕਲਚਰ ਹਜੇ ਗੱਲ ਨਹੀਂ ਹੋਈ,
ਡਿਸਕ੍ਰਿਪਸ਼ਨ ਆਫ ਸਮ ਆਫ ਦਾ ਓਟਰ ਸੋਸ਼ਲ ਕਰੈਕਟਰਿਸਟਿਕਸ ਰੱਖ ਲੈਂਦੇ ਹਾਂ, ਕਿਉਂਕਿ ਉਹ ਗੱਲ ਕਰ ਰਹੇ ਸੀ ਕਰੈਕਟਰਿਸਟਿਕਸ ਦੇ ਬਾਰੇ। ਜੇ ਤੁਹਾਨੂੰ ਇਹਦੇ ਉੱਤੇ ਡਾਊਟ ਵੀ ਨਹੀਂ ਹੈਗਾ ਤਾਂ ਤੁਸੀਂ ਹੋਰ ਕੁਐਸਚਨ ਨੂੰ ਬਹੁਤ ਈਜ਼ੀਲੀ ਜਿਹੜਾ ਕਿ ਨਿਗਲੈਕਟ ਕਰ ਸਕਦੇ ਹੋ, ਜਿਵੇਂ ਕਿ ਕੋਈ ਐਕਟ ਦੀ ਗੱਲ ਹੋਈ ਜਾਂ ਨਹੀਂ ਹੋਈ, ਇਹ ਓਪੀਨੀਅਨ ਦੇ ਵਿੱਚ ਕਨਫਲਿਕਟ, ਕੋਈ ਆਰਗੂਮੈਂਟ ਹੋਈ ਹੋਵੇ, ਕੋਈ ਇੱਕ ਬੰਦਾ ਹੋਰ ਕੁਝ ਕਹਿੰਦਾ ਹੋਵੇ, ਦੂਜੇ ਬੰਦੇ ਕੁਝ ਹੋਰ ਕਹਿੰਦੇ ਹੋਣ, ਇਹਦੀ ਗੱਲ ਵੀ ਨਹੀਂ ਹੋਈ ਹੈ ਨਾ, ਕੋਈ ਆਰਗੂਮੈਂਟ ਨਹੀਂ ਹੋਇਆ, ਅਤੇ ਬੇਬੀ ਵੋਟਰਸ ਹਜੇ ਤੱਕ ਵੀ ਇਹਨਾਂ ਦੇ ਪੈਦਾ ਨਹੀਂ ਹੋਏ, ਉਹਦੀ ਗੱਲ ਹੀ ਨਹੀਂ ਹੋਈ ਹੈ ਨਾ। ਜਾਣੀ ਕਿ ਇੱਕ ਹੀ ਜਿਹੜਾ ਕਿ ਆਪਣੇ ਕੋਲ ਬਚਦਾ, ਉਹ ਕੀ ਬਚਦਾ ਆਪਣੇ ਕੋਲੇ, ਉਹ ਬਚਦਾ ਜੀ ਆਪਣੇ ਕੋਲੇ ਸੋਸ਼ਲ ਕਰੈਕਟਰਿਸਟਿਕ, ਜਾਣੀ ਕਿ ਸੋਸ਼ਲ ਕਰੈਕਟਰਿਸਟਿਕ ਮਤਲਬ ਕਿ ਰਿਲੇਸ਼ਨਸ਼ਿਪ ਹੋ ਗਈ ਉਹਨਾਂ ਦੇ, ਹੈ ਨਾ। ਉਹਨਾਂ ਨੇ ਦੱਸਿਆ ਵੀ ਉਹ 12 ਕਿਲੋਮੀਟਰ ਜਾਂ 80-82 ਕਿਲੋਮੀਟਰ ਤੱਕ ਟਰੈਵਲ ਕਰ ਲੈਂਦੇ ਆ, ਇਹਦੇ ਕਰਕੇ ਇਹਦਾ ਆਨਸਰ ਆਪਣਾ ਸੀ ਹੋ ਗਿਆ। ਅਤੇ ਉਸ ਤੋਂ ਬਾਅਦ ਆਪਾਂ ਡੀ ਦੇ ਉੱਤੇ ਜਾਈਏ, ਅਤੇ ਡੀ ਉੱਤੇ ਕੀ ਲਿਖਿਆ ਹੋਇਆ, ਕਹਿੰਦਾ ਜਿਹੜੇ ਇਰੀਓਸ਼ਨ ਓਟਰ ਹੁੰਦੇ ਨੇ ਇਹ ਕੋਈ ਸਪੀਸੀਜ਼ ਹੋਣੀ, ਇਹਨਾਂ ਦਾ ਟਾਈਪ ਹੋਣੀ ਆ, ਕਹਿੰਦਾ ਵਿਲ ਬਰੀਡ ਐਨੀ ਟਾਈਮ, ਕਹਿੰਦਾ ਐਨੀ ਟਾਈਮ ਉਹ ਬਰੀਡ ਕਰ ਸਕਦੇ ਆ, ਵੇਅਰ ਫੂਡ ਇਜ਼ ਰੈਡਲੀ ਅਵੇਲੇਬਲ, ਜਿੱਥੇ ਜਿਹੜਾ ਫੂਡ ਬਹੁਤ ਸੌਖਾ ਮਿਲਦਾ ਹੋਵੇ, ਹੈ ਨਾ। ਕਹਿੰਦਾ ਇਨ ਪਲੇਸਿਸ, ਕਹਿੰਦਾ ਉਹ ਪਲੇਸਾਂ ਜਿੱਥੇ ਵੇਅਰ ਕੰਡੀਸ਼ਨ ਇਜ਼ ਮੋਰ ਸੈਵੀਅਰ, ਸਵੀਡਨ ਦੀ ਐਗਜ਼ਾਮਪਲ ਲਈ ਇਹਨਾਂ ਨੇ। ਕਹਿੰਦਾ ਵੇਅਰ ਲੇਕਸ ਆਰ ਫਰੋਜ਼ਨ, ਕਹਿੰਦਾ ਜਿੱਥੇ ਕਿ ਲੇਕਸ ਜਿਹੜੀਆਂ ਕਿ ਆਲਮੋਸਟ ਫਰੋਜ਼ਨ ਜੰਮੀਆਂ ਹੀ ਰਹਿੰਦੀਆਂ ਨੇ। ਫਾਰ ਮੱਚ ਆਫ ਵਿੰਟਰ ਕਬ ਆਰ ਬੋਰਨ ਇਨ ਸਪਰਿੰਗ, ਕਹਿੰਦਾ ਜਿਹੜੀਆਂ ਕਬਸ ਹੁੰਦੇ ਨੇ ਉਹ ਜਦ ਬੱਚੇ ਹੁੰਦੇ ਨੇ ਉਹ ਕਦੋਂ ਜੰਮਦੇ ਆਗੇ, ਸਪਰਿੰਗ ਮਹੀਨੇ ਵਿੱਚ। ਦੈਟ ਦੇ ਆਰ ਵੈਲ ਗਰੋਨ ਬਿਫੋਰ ਸੈਬਰੀਅਰ ਵੈਦਰ, ਕਹਿੰਦਾ ਤਾਂ ਕਿ ਉਹ ਇਹ ਚੀਜ਼ ਉਹਨਾਂ ਨਾਲ ਮਤਲਬ ਕਿ ਹੈਲਪ ਕਰਦੀ ਹੈ ਜਦੋਂ ਸਪਰਿੰਗ ਵਿੱਚ ਹੁੰਦੇ ਹੈਗੇ ਉਹ, ਤਾਂ ਕਿ ਵੀ ਉਹ ਜਿਹੜਾ ਕਿ ਠੰਡ ਆਉਣ ਤੋਂ ਪਹਿਲਾਂ ਉਹ ਗਰੋ ਹੋ ਸਕਣ, ਹੈ ਨਾ। ਕਹਿੰਦਾ ਇਨ ਦਾ ਸੈਟਲੈਂਡ ਕੀ ਬਣਿਆ, ਸੈਟਲੈਂਡ ਸੀ ਆ। ਕਹਿੰਦਾ ਕਬਸ ਆਰ ਬੋਰਨ ਇਨ ਸਮਰ, ਕਹਿੰਦਾ ਉਦੋਂ ਉੱਥੇ ਕਬਸ ਕਦੋਂ ਜੰਮਦੇ ਆਗੇ, ਸਮਰ ਗਰਮੀਆਂ ਦੇ ਵਿੱਚ। ਵੈਨ ਫਿਸ਼ ਇਜ਼ ਮੋਰ ਅਬੰਡੈਂਟ, ਕਹਿੰਦਾ ਜਦੋਂ ਫਿਸ਼ ਜ਼ਿਆਦਾ ਅਵੇਲੇਬਲ ਹੁੰਦੀਆਂ ਨੇ, ਹੈ ਨਾ, ਖਾਣ ਪੀਣ ਵਾਸਤੇ। ਕਹਿੰਦਾ ਥੋ ਓਟਰਸ ਕੈਨ ਬਰੀਡ ਐਵਰੀ ਈਅਰ, ਕਹਿੰਦਾ ਜਿਹੜੇ ਓਟਰਸ ਨੇ ਐਵਰੀ ਈਅਰ ਬਰੀਡ ਕਰ ਸਕਦੇ, ਬਰੀਡ ਮਤਲਬ ਕਿ ਬੱਚਿਆਂ ਨੂੰ ਜਨਮ ਦੇ ਸਕਦੇ ਆ। ਸਮ ਡੂ ਨੋਟ, ਕਹਿੰਦਾ ਕੁਝ ਕੁ ਨਹੀਂ ਦੇ ਸਕਦੇ, ਹੈ ਨਾ। ਕਹਿੰਦਾ ਅਗੇਨ ਦਿਸ ਡਿਪੈਂਡਸ ਔਨ ਫੂਡ ਅਵੇਲੇਬਿਲਿਟੀ, ਕਹਿੰਦਾ ਇਹ ਡਿਪੈਂਡ ਕਾਹਦੇ ਕਰਦਾ, ਫੂਡ ਅਵੇਲੇਬਿਲਿਟੀ ਦੇ ਉੱਤੇ, ਹੈ ਨਾ। ਕਹਿੰਦਾ ਅਦਰ ਫੈਕਟਰ ਸੱਚ ਐਜ਼ ਫੂਡ ਰੇਂਜ ਐਂਡ ਕੁਆਲਿਟੀ ਆਫ ਦਾ ਫੀਮੇਲ ਮੇ ਹੈਵ ਐਨ ਇਫੈਕਟ, ਕਹਿੰਦਾ ਜਿਹੜੇ ਹੋਰ ਜਿਹੜੇ ਕਿ ਫੈਕਟਰ ਨੇ ਜਿਵੇਂ ਕਿ ਫੂਡ ਰੇਂਜ ਹੋ ਗਿਆ ਅਤੇ ਕੁਆਲਿਟੀ ਆਫ ਫੀਮੇਲ ਦੀ, ਉਹ ਵੀ ਕਹਿੰਦਾ ਇਫੈਕਟ ਕਰਦੇ ਆ। ਕਹਿੰਦਾ ਗੈਸਟੇਸ਼ਨ ਫਾਰ ਇਰੂਸ਼ਨ ਓਟਰ ਇਜ਼ 63 days with the exception of North American river otter whose embryos may undergo delayed implantation, ਮਤਲਬ ਕਿ ਆਹ ਲਾਈਨ ਥੋੜ੍ਹੀ ਜਿਹੀ ਇਹਨਾਂ ਨੇ ਕੰਪਲੈਕਸ ਦਿੱਤੀ ਹੋਈ ਆ। ਆਪਾਂ ਦੇਖ ਲੈਂਦੇ ਹਾਂ ਵੀ ਆਪਣੇ ਕੋਲ ਆਪਸ਼ਨਾਂ ਵਾਲੀਆਂ ਜ਼ਿਆਦਾ ਨਹੀਂ ਹੈਗੀਆਂ, ਆਪਾਂ ਨੂੰ ਆਨਸਰ ਮਿਲ ਸਕਦਾ ਜੇ ਆਪਣੀ ਮਤਲਬ ਦੀ ਗੱਲ ਇਹਨਾਂ ਨੇ ਕੀਤੀ ਹੋਈ ਤਾਂ। ਜਿਹੜੇ ਕਿ ਆਨਸਰ ਆਪਾਂ ਪਹਿਲਾਂ 3 ਆਪਸ਼ਨਾਂ ਉੱਪਰਲੀਆਂ ਕੱਟੇ ਆਵਾਂਗੇ, ਉਸ ਤੋਂ ਬਾਅਦ 9ਵੀਂ ਆਪਸ਼ਨ ਕੱਟੇ ਆਵਾਂਗੇ, ਅਤੇ ਨਾਲ ਦੀ ਨਾਲ ਆਪਾਂ ਜਿਹੜਾ ਕਿ ਇੱਕ ਸੀ ਕਰਕੇ ਆਏ ਹਾਂ 5ਵਾਂ, ਹੈ ਨਾ। ਤਾਂ ਤੁਸੀਂ ਦੇਖੋ ਵੀ ਐਗਰੀਕਲਚਰ ਦੀ ਗੱਲ ਹਜੇ ਤੱਕ ਨਹੀਂ ਹੋਈ, ਬੇਬੀ ਓਟਰ ਹਜੇ ਤੱਕ ਨਹੀਂ ਹੋਏ, ਅਤੇ ਬੇਬੀ ਓਟਰਸ ਮਤਲਬ ਕਿ ਗੱਲ ਹੋਈ ਆ, ਕਬਸ ਦੀ ਗੱਲ ਹੋਈ ਆ ਨਾ, ਪਰ ਕਬਸ ਉਹਨਾਂ ਨੇ ਸਪੈਸੀਫਿਕ ਇਹ ਨਹੀਂ ਦੱਸਿਆ ਵੀ ਉਹ ਕਿੱਦਾਂ ਗਰੋ ਕਰਦੇ ਆ ਨਾ। ਕਹਿੰਦਾ ਅਗਲੇ ਪੈਰਾਗ੍ਰਾਫ ਵਿੱਚ ਹੋ ਸਕਦਾ ਵੀ ਆਵੇ ਵੀ ਕਬਸ ਜਿਹੜੇ ਉਹਨਾਂ ਦੇ ਬੇਬੀ ਓਟਰਸ ਨੇ ਉਹ ਕਿੱਦਾਂ ਗਰੋ ਕਰਦੇ ਆ, ਪਰ ਇਹਦੇ ਵਿੱਚ ਉਹਨਾਂ ਨੇ ਕਬਸ ਦੀ ਗੱਲ ਤਾਂ ਜ਼ਰੂਰ ਕੀਤੀ ਹੈ, ਪਰ ਉਹਨਾਂ ਦਾ ਸਪੈਸੀਫਿਕ ਮੈਥਡ ਨਹੀਂ ਦੱਸਿਆ ਵੀ ਉਹ ਗਰੋ ਕਿੱਦਾਂ ਕਰਦੇ ਆ, ਠੀਕ ਹੈ। ਤਾਂ ਇਹ ਵੀ ਕੱਟ ਹੋ ਗਿਆ। ਤਾਂ 7 ਆਪਸ਼ਨ ਹੈਗੀ ਆ, ਇਹ ਕੰਫਲਿਕਟ ਤਾਂ ਉਹਨਾਂ ਨੇ ਹਜੇ ਕੀਤਾ ਹੀ ਕੋਈ ਨਹੀਂ, ਅਤੇ ਐਕਟ ਹਜੇ ਕੋਈ ਵੀ ਨਹੀਂ ਹੋਇਆ, ਹੈ ਨਾ। ਰੈਫਰੈਂਸ ਟੂ ਅ ਲੈਜਿਸਲੇਟਿਵ ਐਕਟ, ਤਾਂ ਉਹਨਾਂ ਨੂੰ ਬਚਾਉਣ ਦੇ ਵਾਸਤੇ ਕੋਈ ਸ਼ੁਰੂਆਤ, ਤਾਂ ਇਹ ਮਤਲਬ ਕਿ ਡੀ ਕਿਸੇ ਦਾ ਵੀ ਆਨਸਰ ਨਹੀਂ ਆਇਆ, ਹੈ ਨਾ। ਤਾਂ ਕੋਈ ਚੱਕਰ ਨਹੀਂ ਹੈਗਾ, ਹੋ ਸਕਦਾ ਵੀ ਆਪਾਂ ਨੂੰ ਜਿਹੜਾ ਨੈਕਸਟ ਇੱਕ ਪੈਸੇਜ ਮਤਲਬ ਕਿ ਇੱਕ ਹੋਰ ਜਿਹੜਾ ਕਿ ਲੈਟਰ ਆ ਉਹ ਆਪਾਂ ਨੂੰ 2 ਵਾਰੀ ਯੂਜ਼ ਕਰਨਾ ਪੈ ਜਾਵੇ। ਤਾਂ ਆਪਾਂ ਨੈਕਸਟ ਮੂਵ ਕਰਦੇ ਹਾਂ ਆਪਣੀ ਪੈਰਾਗ੍ਰਾਫ ਦੇ ਉੱਤੇ। ਤਾਂ ਇਹ ਤੁਸੀਂ ਪੜ੍ਹਨਾ ਸ਼ੁਰੂ ਕਰੋ ਹੁਣ। ਕਹਿੰਦਾ ਓਟਰਸ ਨੋਰਮਲੀ ਗਿਵ ਬਰਥ ਇਜ਼ ਆ ਇਹਨਾਂ ਮੋਰ, ਹੁਣ ਜਾਣੀ ਕਿ ਇਹ ਬਰਥ ਦੀ ਗੱਲ ਕਰਨ ਲੱਗ ਗਏ ਨਾ, ਬੇਬੀ ਓਟਰਸ ਦੀ ਗੱਲ ਇਸ ਪੈਰਾਗ੍ਰਾਫ ਵਿੱਚ ਹੋ ਸਕਦੀ ਹੈਗੀ। ਕਹਿੰਦਾ ਮੈਂ ਜਲਦੀ ਦੇ ਨਾਲ ਪੜ੍ਹ ਦਿੰਦਾ ਅਤੇ ਬਾਅਦ ਦੇ ਵਿੱਚ ਤੁਹਾਨੂੰ ਸਮਝਾ ਦੂੰਗਾ, ਕਿਉਂਕਿ ਇਹਦੇ ਵਿੱਚ ਤੁਹਾਨੂੰ ਕਹਾਣੀ ਬਹੁਤ ਸੌਖੀ ਸਮਝ ਆ ਜਾਣੀ, ਇੱਥੇ ਤੱਕ ਆਪਾਂ ਪੜ੍ਹਨਾ ਗਾ। ਕਹਿੰਦਾ ਓਟਰਸ ਨੋਰਮਲੀ ਗਿਵ ਬਰਥ ਇਨ ਅ ਮੋਰ ਸਿਕਿਓਰ ਡੈਂਸ ਟੂ ਅਵੋਇਡ ਡਿਸਟਰਬੈਂਸ, ਕਹਿੰਦਾ ਜਿੱਥੇ ਸਿਕਿਉਰਿਟੀ ਜ਼ਿਆਦਾ ਹੁੰਦੀ ਹੈ ਉੱਥੇ ਹੀ ਬੱਚਿਆਂ ਨੂੰ ਬਰਥ ਦਿੰਦੇ ਨੇ ਤਾਂ ਕਿ ਡਿਸਟਰਬੈਂਸ ਅਵੋਇਡ ਹੋ ਜਾਣ। ਕਹਿੰਦਾ ਨੈਸਟ ਹੁੰਦੇ ਨੇ ਆਲ ਨੇ, ਹੈ ਨਾ, ਲਾਈਨਡ ਵਿਦ ਬੈਡਿੰਗ ਰੀਡਸ ਵੈਟਰਸਾਈਡ ਪਲਾਂਟਸ ਗਰਾਸ, ਮਤਲਬ ਕਿ ਜਿਵੇਂ ਉਹਨਾਂ ਦੇ ਆਲਣੇ ਬਣੇ ਹੁੰਦੇ ਆ ਉਹਦੀ ਗੱਲ ਕਰਤੀ। ਟੂ ਕੀਪ ਦਾ ਕਬਸ ਵਾਰਮ ਵਾਈਲ ਮੰਮੀ ਇਜ਼ ਅਵੇ ਫੀਡਿੰਗ, ਕਹਿੰਦਾ ਕਾਹਦੇ ਵਾਸਤੇ, ਜਦੋਂ ਕਹਿੰਦਾ ਮਤਲਬ ਕਿ ਜਿਹੜੇ ਕਬਸ ਨੇ ਉਹ ਗਰਮ ਰਹਿ ਸਕਣ ਜਦੋਂ ਉਹਨਾਂ ਦੀ ਮਾਂ, ਹੈ ਨਾ, ਬੱਚਿਆਂ ਦੀ ਉਹਨਾਂ ਤੋਂ ਦੂਰ ਹੁੰਦੀ ਆ। ਕਹਿੰਦਾ ਲੀਟਰ ਸਾਈਜ਼ ਵਰੀਜ਼, ਲੀਟਰ ਇਹਨਾਂ ਨੇ ਬੱਚਿਆਂ ਨੂੰ ਵੀ ਕਿਹਾ, ਇਹਨਾਂ ਦਾ ਸਾਈਜ਼ ਵਰੀ ਕਰਦਾ, ਕਹਿੰਦਾ 1 ਤੋਂ ਲੈ ਕੇ 5 ਤੱਕ, ਹੈ ਨਾ। 2 or 3 ਬੀਇੰਗ ਦਾ ਮੋਸਟ ਕਾਮਨ, ਠੀਕ ਹੈ, ਮਤਲਬ ਕਿ ਕਈ ਵਾਰ 1 ਤੋਂ 1 ਬੱਚੇ ਨੂੰ ਜਨਮ ਦਿੰਦੇ ਆ, ਕਈ ਵਾਰ 5 ਵੀ ਦੇ ਸਕਦੇ ਆ ਨਾ। ਕਹਿੰਦਾ 2 ਜਾਂ 3 ਇਹ ਨੋਰਮਲੀ ਆ ਵੀ ਇਹ ਕਾਮਨ ਆ ਵੀ ਜਾਂ ਤਾਂ 2 ਨੂੰ ਬਰਥ ਦੇਣਗੇ ਜਾਂ 3 ਨੂੰ ਦੇਣਗੇ, ਠੀਕ ਹੈ। ਫॉर ਸਮ ਅਨਨਾਊਨ ਰੀਜ਼ਨ ਕੋਸਟਲ ਓਟਰਸ ਟੈਂਡ ਟੂ ਪ੍ਰੋਡਿਊਸ ਸਮਾਲ ਲੇਟਰ, ਕਹਿੰਦਾ ਕੁਝ ਕਾਰਨਾਂ ਦੇ ਕਰਕੇ ਜਿਹੜੇ ਕੋਸਟਲ ਓਟਰ ਹੁੰਦੇ ਨੇ ਉਹ ਛੋਟੇ ਬੱਚਿਆਂ ਨੂੰ ਜਨਮ ਦਿੰਦੇ ਨੇ, ਹੈ ਨਾ। ਐਟ 5 ਵੀਕਸ ਦੇ ਓਪਨ ਦੇਅਰ ਆਈਜ਼, 5 ਵੀਕਸ ਤੱਕ ਉਹ ਆਪਣੀਆਂ ਅੱਖਾਂ ਖੋਲ੍ਹਦੇ ਆ। ਇਹ ਟੀਨੀ ਕਬ ਦਾ ਜਿਹੜਾ ਵੇਟ ਹੁੰਦਾ 700 ਗ੍ਰਾਮ ਹੁੰਦਾ। ਐਟ 7 ਵੀਕਸ ਦੇ ਆਰ ਵੀਨਡ ਔਨ ਟੂ ਸੋਲਿਡ ਫੂਡ, ਅਤੇ ਉਸ ਤੋਂ ਬਾਅਦ ਸੋਲਿਡ ਫੂਡ ਖਾਣ ਲੱਗਦੇ ਆ। 7 ਹਫ਼ਤਿਆਂ ਬਾਅਦ ਉਹ 10 ਵੀਕਸ ਦੇ ਉੱਤੇ ਕੀ ਕਰਦੇ ਆ, ਆਪਦੇ ਆਲਣੇ ਨੂੰ ਛੱਡਦੇ ਆ, ਬਲਿੰਕਿੰਗ ਆਈ ਕਰਦੇ ਆ, ਡੇ ਲਾਈਟ ਦੇ ਵਿੱਚ ਆਪਦੀ ਅੱਖਾਂ ਨੂੰ ਚਮਕਾਉਂਦੇ ਆ, ਹੈ ਨਾ, ਫਾਰ ਦਾ ਫਸਟ ਟਾਈਮ। ਕਹਿੰਦਾ ਆਫਟਰ 3 months ਦੇ ਫਾਈਨਲੀ ਮੀਟ ਦਾ ਬਟਰ, ਅਤੇ 3 ਮਹੀਨਿਆਂ ਬਾਅਦ ਪਾਣੀ ਨੂੰ ਮਿਲਦੇ ਆ।
ਤੇ ਸਵਿਮਿੰਗ ਕਰਨਾ ਸਿੱਖਦੇ ਆ। ਆਫਟਰ 8 ਮੰਥ ਉਹ ਹੰਟ ਕਰਨਾ ਸਿੱਖਦੇ ਆ, ਸ਼ਿਕਾਰ ਕਰਨਾ ਸਿੱਖਦੇ ਆ। ਕੀ ਤੋਂ ਸਿੱਖਦੇ ਆ? ਆਪਦੇ ਮਦਰ ਤੋਂ, ਹੈ ਨਾ। ਅਤੇ ਮਦਰ ਉਹਨਾਂ ਨੂੰ ਲੋਟ ਆਫ ਫੂਡ ਪ੍ਰੋਵਾਈਡ ਕਰਦੀ ਆ, ਹਰ ਸੈਲਫ ਹੀ ਆਪ ਹੀ, ਮਤਲਬ ਕਿ ਮਦਰ ਉਹਦੀ ਇਹਨਾਂ ਦਾ। ਅਤੇ ਫਾਈਨਲੀ ਕੀ ਹੁੰਦਾ, 9 ਮੰਥ ਸੀ ਕੈਨ ਚੇਜ਼ ਦੈਮ ਆਲ ਅਵੇ। ਅਤੇ 9 ਮਹੀਨਿਆਂ ਬਾਅਦ ਕਹਿੰਦਾ ਉਹ ਆਪਦੀ ਮਾਂ ਨੂੰ ਚੇਜ਼ ਕਰਨਾ ਸ਼ੁਰੂ ਕਰ ਦਿੰਦੇ ਆ ਹਰ ਪਾਸੇ, ਹੈ ਨਾ। ਇਨ ਅ ਕਲੀਅਰ ਕੰਸਾਈਨਸ ਐਂਡ ਰਿਲੈਕਸ ਅੰਟਿਲ ਦਾ ਨੈਕਸਟ। ਜਾਣੀ ਕਿ ਇੱਥੇ ਉਹਨਾਂ ਨੇ ਗੱਲ ਕੀਤੀ ਆ ਓਟਰਸ ਦੀ ਬੇਬੀ ਦੀ, ਹੈ ਨਾ। ਤਾਂ ਇਹਦਾ ਆਪਣਾ ਸਿੱਧਾ ਹੀ ਆਂਸਰ ਹੋ ਗਿਆ, ਹਾਓ ਓਟਰਸ ਬੇਬੀ ਪ੍ਰਜ਼ਰਵ, ਹੈ ਨਾ। ਮਤਲਬ ਕਿ ਪ੍ਰੀਜ਼ਰਵ ਕਿਵੇਂ ਸੀ ਆਪਣਾ, ਹਾਓ ਬੇਬੀ ਓਟਰਸ ਗਰੋ। ਤਾਂ ਇੱਥੇ ਇਹਨਾਂ ਨੇ ਗੱਲ ਹੀ ਬੇਬੀ ਓਟਰਸ ਦੀ ਕੀਤੀ, ਇੱਥੇ ਤਾਂ ਆਪਾਂ ਨੂੰ ਕੋਈ ਡਾਊਟ ਹੀ ਨਹੀਂ ਹੈਗਾ ਨਾ। ਤਾਂ ਹੁਣ ਆਪਣੇ ਕੋਲ 2 ਪੈਰਾਗ੍ਰਾਫ ਰਹਿ ਗਏ, ਉਹ ਆਪਾਂ ਸੋਲਵ ਕਰਨੇ ਆ। 5 F ਪੜ੍ਹਨਾ ਸ਼ੁਰੂ ਕਰੋ। ਐਫ ਦੇ ਵਿੱਚ ਕੀ ਕਹਿੰਦੇ ਆ, ਦੀ ਪਲਾਈਟ ਆਫ ਦਾ ਬ੍ਰਿਟਸ ਓਟਰ ਵਾਜ਼ ਰੈਕੋਗਨਾਈਜ਼ਡ ਇਨ ਦਾ ਅਰਲੀ 60। ਠੀਕ ਹੈ, ਅੱਗੇ ਪੜ੍ਹਦੇ ਹਾਂ। ਕਹਿੰਦਾ ਬਟ ਇਟ ਵਾਜ਼ ਨੋਟ ਅੰਟਿਲ ਦਾ ਲੇਟ 70s ਦੈਟ ਦਾ ਚੀਫ ਕਾਊਜ਼ ਵਾਰ ਡਿਸਕਵਰਡ। ਕਹਿੰਦਾ ਜਿਹੜਾ ਕਿ ਲੇਟ 70s ਦੇ ਵਿੱਚ ਚੀਫ ਕਾਊਜ਼ ਜਿਹੜਾ ਮੇਨ ਕਾਰਨ ਸੀ ਉਹ ਡਿਸਕਵਰ ਕੀਤਾ ਗਿਆ। ਕਹਿੰਦਾ ਪੈਸਟੀਸਾਈਡ ਦੀ ਗੱਲ ਹੋਣ ਲੱਗ ਗਈ, ਹੈ ਨਾ। ਪੈਸਟੀਸਾਈਡ ਕੀ ਹੁੰਦੇ ਨੇ, ਜਿਹੜੇ ਕੈਮੀਕਲ ਨਹੀਂ ਯੂਜ਼ ਕਰਦੇ ਹੁੰਦੇ ਖੇਤੀ ਦੇ ਵਿੱਚ, ਉਹਦੀ ਗੱਲ ਹੋਣ ਲੱਗ ਗਈ। ਜਾਣੀ ਕਿ ਇੱਕ ਆਪਣੇ ਕੋਲ ਆਪਸ਼ਨ ਹੈਗੀ ਸੀ ਐਗਰੀਕਲਚਰ ਵਾਲੀ, ਹੈ ਨਾ। ਕਹਿੰਦਾ ਸੱਚ ਐਜ਼ ਐਲਟ੍ਰੀਨ ਵਰ ਫਸਟ ਚੂਜ਼ ਇਨ 1955 ਵਿੱਚ ਪਹਿਲੀ ਵਾਰ ਯੂਜ਼ ਕੀਤੇ ਗਏ ਇਨ ਐਗਰੀਕਲਚਰ। ਕਾਹਦੇ ਵਿੱਚ ਯੂਜ਼ ਕੀਤੇ ਗਏ? ਖੇਤੀਬਾੜੀ ਦੇ ਵਿੱਚ। ਐਂਡ ਅਦਰ ਇੰਡਸਟਰੀਜ਼, ਅਤੇ ਹੋਰ ਇੰਡਸਟਰੀ ਦੇ ਵਿੱਚ। ਠੀਕ ਹੈ, ਕਹਿੰਦਾ ਦੀਜ਼ ਕੈਮੀਕਲਸ ਆਰ ਵੈਰੀ ਪਰਸਿਸਟੈਂਟ ਐਂਡ ਹੈਡ ਆਲਰੇਡੀ ਬੀਨ ਰੈਕੋਗਨਾਈਜ਼ ਐਜ਼ ਦਾ ਕਾਊਜ਼ ਆਫ ਹਿਊਜ ਡਿਕਲਾਈਨ ਇਨ ਦਾ ਪਾਪੂਲੇਸ਼ਨ ਆਫ ਜਿਹੜਾ ਕਿ ਫੈਲਕਨਸ। ਕਹਿੰਦਾ ਇਹਦੇ ਕਰਕੇ ਕੈਮੀਕਲ ਕਰਕੇ ਕੀ ਹੋਇਆ, ਕਹਿੰਦਾ ਡਿਕਲਾਈਨ ਹੋਇਆ ਫੈਲਕਨਸ ਦੀ ਪਾਪੂਲੇਸ਼ਨ ਵਿੱਚ, ਸਪੈਰੋ ਹਾਊਸ ਦੀ ਪਾਪੂਲੇਸ਼ਨ ਵਿੱਚ, ਅਦਰ ਪ੍ਰੈਡੇਟਰਸ ਦੀ ਪਾਪੂਲੇਸ਼ਨ ਵਿੱਚ, ਹੈ ਨਾ। ਦੀ ਪੈਸਟੀਸਾਈਡ ਐਂਟਰ ਦਾ, ਉਸ ਤੋਂ ਬਾਅਦ ਕਹਿੰਦਾ ਪੈਸਟੀਸਾਈਡ ਨੇ ਜਿਹੜਾ ਕਿ ਰਿਵਰ ਸਿਸਟਮ ਆ ਉਹ ਐਂਟਰ ਕਰ ਲਏ ਅਤੇ ਫੂਡ ਚੇਨ ਦੇ ਵਿੱਚ ਆ ਗਿਆ। ਕਹਿੰਦਾ ਮਾਈਕਰੋ ਔਰਗਨਿਜ਼ਮ ਐਂਡ ਫਾਈਨਲੀ ਓਟਰਸ ਤੋਂ ਵੀ ਇਫੈਕਟ ਹੋ ਗਿਆ ਨਾ। ਵੈਨ ਐਵਰੀ ਸਟੈਪ ਇਨਕਰੀਜ਼ਿੰਗ ਦਾ ਕੰਸਨਟ੍ਰੇਸ਼ਨ ਆਫ ਦਾ ਕੈਮੀਕਲਸ। ਕਹਿੰਦਾ ਫਰੋਮ 1962 ਦਾ ਕੈਮੀਕਲਸ ਵਰ ਫੇਸਡ ਆਊਟ ਬਟ ਬਾਇਲ ਸਮ ਸਪੀਸੀਜ਼ ਰਿਕਵਰਡ। ਕਹਿੰਦਾ 1900 ਜਿਹੜਾ ਕਿ ਆਪਣਾ 62 ਸੀ ਉਦੋਂ ਤੱਕ ਜਿਹੜਾ ਕੈਮੀਕਲ ਕਹਿੰਦਾ ਬਾਹਰ ਨਿਕਲੇ, ਹੈ ਨਾ, ਸਿਸਟਮ ਤੋਂ, ਫੂਡ ਚੇਨ ਤੋਂ। ਕਹਿੰਦਾ ਪਰ ਉਦੋਂ ਤੱਕ ਜਿਹੜੀਆਂ ਕੁਝ ਸਪੀਸੀਜ਼ ਸੀ ਰਿਕਵਰ ਕਰ ਗਈਆਂ ਕੁਇਕਲੀ, ਹੈ ਨਾ। ਕਹਿੰਦਾ ਓਟਰਸ ਜਿਹੜੇ ਹੈਗੇ ਸੀ ਉਹ ਜਿਹੜੇ ਰਿਕਵਰ ਨਹੀਂ ਕਰ ਸਕੇ। ਹੁਣ ਆਪਾਂ ਜੇ ਜ਼ਿਆਦਾ ਪੜ੍ਹੀ ਜਾਵਾਂਗੇ, ਪਰ ਆਪਾਂ ਨੂੰ ਜ਼ਿਆਦਾ ਪੜ੍ਹਨ ਦੀ ਜ਼ਰੂਰਤ ਨਹੀਂ ਹੈਗੀ, ਕਿਉਂਕਿ ਇੱਥੇ ਆਪਣੀ ਐਗਰੀਕਲਚਰ ਦੀ ਗੱਲ ਹੋ ਗਈ, ਹੈ ਨਾ। ਤਾਂ ਇੱਕ ਐਗਰੀਕਲਚਰ ਵਾਲਾ ਆਪਣੇ ਕੋਲ ਹੈਗਾ ਸੀ। ਜੇ ਆਪਸ਼ਨ ਦੀ ਆਪਾਂ ਗੱਲ ਕਰੀਏ ਵੀ ਆਪਣੇ ਕੋਲ ਬਚੀਆਂ ਕਿਹੜੀਆਂ ਸੀ, ਇੱਕ 7ਵੀਂ ਬਚੀ ਹੋਈ ਆ, ਇੱਕ 8ਵੀਂ ਬਚੀ ਹੋਈ ਆ, ਅਤੇ ਇੱਕ ਬਚੀ ਹੋਈ ਆ ਆਪਣੇ ਕੋਲ ਚੌਥੀ, ਹੈ ਨਾ। ਤਾਂ ਤੁਸੀਂ ਦੇਖੋ ਵੀ 8ਵੀਂ ਵਿੱਚ ਕੀ ਆ, ਇੱਕ ਐਕਟ ਦੀ ਗੱਲ ਕੀਤੀ ਹੋਵੇ। ਐਕਟ ਦੀ ਗੱਲ ਹਜੇ ਉਹਨਾਂ ਨੇ ਨਹੀਂ ਕੀਤੀ, ਹੈ ਨਾ। ਤਾਂ ਜਿਹੜੀ 7ਵੀਂ ਆ ਉਹਦੇ ਵਿੱਚ ਇੱਕ ਉਹਨਾਂ ਨੇ ਕਿਹਾ ਹੋਇਆ ਵੀ ਜਿਹੜਾ ਕਿ ਤੁਹਾਡਾ ਕਹਿ ਸਕਦੇ ਹਾਂ ਵੀ ਆਰਗੂਮੈਂਟ ਹੋਇਆ ਹੋਵੇ, ਕਨਫਲਿਕਟ ਹੋਈ ਹੋਵੇ, ਹੈ ਨਾ, ਵੀ ਉਹ ਪ੍ਰੀਜ਼ਰਵ ਕਿੱਦਾਂ ਕਰਦੇ ਆ ਨਾ, ਇਹਦੇ ਬਾਰੇ ਨਹੀਂ ਕੋਈ ਗੱਲ ਹੋਈ। ਕਹਿੰਦਾ ਐਨ ਐਕਸਪਲੇਨੇਸ਼ਨ ਬਾਏ ਐਗਰੀਕਲਚਰ ਫੀਲਡ ਇਨ ਓਟਰ ਕੰਜ਼ਰਵੇਸ਼ਨ ਐਫਰਟਸ, ਹੈ ਨਾ। ਤਾਂ ਇੱਥੇ ਦੱਸ ਰਿਹਾ ਵੀ ਓਟਰਸ ਜਿਹੜੇ ਕਿ ਉਹਨਾਂ ਦਾ ਨੰਬਰ ਗਰੋ ਨਹੀਂ ਕਰ ਸਕਿਆ, ਜਦੋਂ ਜਿਹੜੇ ਕੈਮੀਕਲ ਸੀ ਉਹ ਮਤਲਬ ਕਿ ਫੂਡ ਚੇਨ ਤੋਂ ਨਿਕਲ ਵੀ ਗਏ, ਤਾਂ ਵੀ ਜਿਹੜੀ ਓਟਰ ਦੀ ਪਾਪੂਲੇਸ਼ਨ ਆ ਉਹ ਇਨਕਰੀਜ਼ ਨਹੀਂ ਹੋ ਸਕੀ, ਹੈ ਨਾ। ਤਾਂ ਇਹਦੇ ਕਰਕੇ ਆਪਣਾ ਐਗਜ਼ੈਕਟ ਆਂਸਰ ਇਹਦਾ ਆ ਜਾਊਗਾ ਐਫ। ਓਕੇ, ਤਾਂ ਉਸ ਤੋਂ ਬਾਅਦ ਆਪਣਾ ਮਤਲਬ ਕਿ ਇੱਕ ਜੀ ਰਹਿ ਗਿਆ, ਹੈ ਨਾ। ਵੈਸੇ ਤਾਂ ਆਪਣੇ ਕੋਲ ਇੱਕ ਹੀ ਪੈਸੇਜ ਬਚਿਆ ਹੈਗਾ ਜੀ, ਤਾਂ ਆਪਾਂ ਇਹਨਾਂ ਦੋਨਾਂ ਦਾ ਆਂਸਰ ਜੀ ਲਾ ਸਕਦੇ ਹਾਂ, ਹੈ ਨਾ। ਪਰ ਫਿਰ ਵੀ ਆਪਾਂ ਨੂੰ ਕਲੀਅਰ ਕਰਨਾ ਕਾਫੀ ਜ਼ਰੂਰੀ ਆ, ਅਤੇ ਆਪਾਂ ਪੂਰੇ ਕਲੀਅਰ ਕਰਕੇ ਹੀ ਆਪਣਾ ਜਿਹੜਾ ਆਂਸਰ ਆ ਉਹ ਲਾਵਾਂਗੇ। ਜੀ ਆਂਸਰ ਆਪਣਾ ਕੀ ਕਹਿ ਰਿਹਾ, ਕਹਿੰਦਾ ਓਟਰਸ ਨੰਬਰਸ ਆਰ ਰਿਕਵਰਿੰਗ ਆਲ ਅਰਾਊਂਡ ਬ੍ਰਿਟੇਨ। ਕਹਿੰਦਾ ਜਿਹੜੇ ਓਟਰਸ ਦੇ ਨੰਬਰ ਸੀ ਜਿਹੜੇ ਸਾਰੀ ਬ੍ਰਿਟੇਨ ਦੇ ਵਿੱਚ ਜਿਹੜੇ ਕਿ ਰਿਕਵਰ ਕਰ ਰਹੇ ਸੀ, ਯਾਨੀ ਕਿ ਇਨਕਰੀਜ਼ ਹੋ ਰਹੇ ਸੀ, ਹੈ ਨਾ। ਕਹਿੰਦਾ ਪਾਪੂਲੇਸ਼ਨ ਆਰ ਗਰੋਇੰਗ ਅਗੇਨ ਇਨ ਦਾ ਫਿਊ ਏਰੀਆਜ਼। ਕਹਿੰਦਾ ਪਾਪੂਲੇਸ਼ਨ ਜਿਹੜੀ ਦੁਬਾਰਾ ਗਰੋ ਕਰਨ ਲੱਗੀ ਸੀ, ਵਧਣ ਲੱਗੀ ਸੀ ਨਾ ਕੁਝ ਕੁ ਏਰੀਆ ਦੇ ਵਿੱਚ, ਵੇਅਰ ਦੇ ਹੈਡ ਰਿਮੇਨਡ ਐਂਡ ਹੈਵ ਐਕਸਪੈਂਡਡ ਫਰੋਮ ਦੋਜ਼ ਏਰੀਆਜ਼ ਇਨ ਟੂ ਦਾ ਰੈਸਟ ਆਫ ਦਾ ਕੰਟਰੀ। ਠੀਕ ਹੈ, ਅੱਗੇ ਪੜ੍ਹਦੇ ਹਾਂ। ਕਹਿੰਦਾ ਦਿਸ ਇਜ਼ ਆਲਮੋਸਟ ਇੰਟਾਇਰਲੀ ਡਿਊ ਟੂ ਅ ਲਾਅ ਜੀ, ਇੱਕ ਲਾਅ ਦੀ ਗੱਲ ਕਰਤੀ। ਕਹਿੰਦਾ ਇਹ ਕਿਹਦੇ ਕਰਕੇ ਹੋਇਆ ਸੀ, ਇੰਟਾਇਰਲੀ ਇੱਕ ਲਾਅ ਦੇ ਕਰਕੇ ਹੋਇਆ ਸੀ। ਅਤੇ ਆਪਣੇ ਕੋਲ ਇੱਕ ਐਕਟ ਨਾਂ ਦੇ ਇਹਨਾਂ ਦੀ ਆਪਸ਼ਨ ਆ ਲੈਜਿਸਲੇਟਿਵ ਐਕਟ, ਜਾਣੀ ਕਿ ਲਾਅ ਦੀ ਹੀ ਗੱਲ ਹੋਈ ਹੈ। ਜਾਣੀ ਕਿ ਆਪਾਂ ਕਲੀਅਰ ਹੋ ਗਏ ਵੀ ਆਪਾਂ ਸਹੀ ਹਾਂ, ਉਹ ਆਪਣਾ ਆਂਸਰ ਆਊਗਾ। ਅਤੇ ਇੱਕ ਚੀਜ਼ ਆਪਾਂ ਨੂੰ ਹੋਰ ਚਾਹੀਦੀ ਆ, ਜਿੱਥੇ ਇਹਨਾਂ ਦਾ ਜਿਹੜਾ ਕਿ ਉਹ ਹੋਇਆ ਹੋਵੇ, ਕਨਫਲਿਕਟ ਹੋਈ ਹੋਵੇ ਉਹਨਾਂ ਦੇ ਬਾਰੇ, ਹੈ ਨਾ, ਵੀ ਉਹ ਕਿੱਦਾਂ ਪ੍ਰੀਜ਼ਰਵ ਕਰਦੇ, ਉਹ ਚੀਜ਼ ਵੀ ਆਪਾਂ ਦੇਖ ਲੈਂਦੇ ਹਾਂ ਅੱਗੇ ਪੜ੍ਹ ਕੇ। ਜਿਵੇਂ ਕਿ ਆਪਾਂ ਇੱਥੇ ਆ ਗਏ, ਲਾਅ ਦੀ ਗੱਲ ਹੋ ਗਈ, ਹੈ ਨਾ। ਐਂਡ ਕੰਜ਼ਰਵੇਸ਼ਨ ਐਫਰਟ, ਕੰਜ਼ਰਵੇਸ਼ਨ ਕੀ ਹੁੰਦਾ, ਉਹਨਾਂ ਨੂੰ ਬਚਾਉਣ ਦੀ ਗੱਲ ਹੋਈ ਹੋਵੇ। ਸਲੋਇੰਗ ਡਾਊਨ ਐਂਡ ਰਿਵਰਸਿੰਗ ਦਾ ਡਿਸਟਰਕਸ਼ਨ ਆਫ ਸੁਟੇਬਲ ਓਟਰ ਹੈਬੀਟੈਟ ਐਂਡ ਰੀ ਇੰਟਰੋਡਕਸ਼ਨ ਫਰੋਮ ਕੈਪਟਿਵ ਬਰੀਡਿੰਗ ਪ੍ਰੋਗਰਾਮਸ। ਇੱਥੋਂ ਪੜ੍ਹਦੇ ਹਾਂ ਹੁਣ ਆਪਾਂ। ਕਹਿੰਦਾ ਰਿਲੀਜ਼ਿੰਗ ਕੈਪਟਿਵ ਬਰੈਡ ਓਟਰ ਇਜ਼ ਸੀਨ ਬਾਏ ਮੈਨੀ ਐਜ਼ ਅ ਲਾਸਟ ਰਿਜ਼ੋਰਟ। ਇੱਕ ਅੱਗੇ ਇਹਨਾਂ ਨੇ ਇੱਥੇ ਗੱਲ ਸ਼ੁਰੂ ਕੀਤੀ ਹੈ ਆਰਗੂਮੈਂਟ 'ਤੇ ਤੁਹਾਨੂੰ ਪਤਾ ਵੀ ਕਨਫਲਿਕਟ ਦੇ ਵਿੱਚ ਕੋਈ ਬਹੁਤਾ ਵੱਡਾ ਡਿਫਰੈਂਸ ਨਹੀਂ ਹੁੰਦਾ। ਕਹਿੰਦਾ ਆਰਗੂਮੈਂਟਸ ਰਨ ਦੈਟ ਵੇਅਰ ਦੇਰ ਇਜ਼ ਅ ਨੋ ਸਿਊਟੇਬਲ ਹੈਬੀਟੈਟ। ਕਹਿੰਦਾ ਇੱਕ ਆਰਗੂਮੈਂਟ ਆ ਵੀ ਇਹਨਾਂ ਦੇ ਵਾਸਤੇ ਕੋਈ ਵੀ ਸਿਊਟੇਬਲ ਹੈਬੀਟੈਟ ਨਹੀਂ ਹੈਗਾ ਰਹਿਣ ਦੀ ਜਗ੍ਹਾ, ਹੈ ਨਾ। ਕਹਿੰਦਾ ਦੈਮ ਦੇ ਵਿਲ ਨਾਟ ਸਰਵਾਈਵ ਆਫਟਰ ਰਿਲੀਜ਼। ਕਹਿੰਦਾ ਇਹ ਉਹਨਾਂ ਦਾ ਮਤਲਬ ਕਿ ਮੰਨਣਾ ਸੀ ਵੀ ਜਦੋਂ ਇਹਨਾਂ ਨੂੰ ਆਪਾਂ ਛੱਡ ਵੀ ਦਿੱਤਾ ਏਰੀਆ ਦੇ ਵਿੱਚ, ਤਾਂ ਵੀ ਇਹ ਸਰਵਾਈਵ ਨਹੀਂ ਕਰ ਸਕਣਗੇ, ਹੈ ਨਾ। ਐਂਡ ਵੈਨ ਦੇਰ ਇਜ਼ ਅ ਸਿਊਟੇਬਲ ਹੈਬੀਟੈਟ
ਤੇ ਕਿਉਂਕਿ ਉਹਨਾਂ ਵਾਸਤੇ ਜਿਹੜਾ ਸਿਊਟੇਬਲ ਹੈਬਿਟੈਟ, ਜਿੱਥੇ ਉਹਨੂੰ ਸਹੀ ਰਹਿਣ ਦੀ ਜਗ੍ਹਾ ਨਹੀਂ ਹੈਗੀ ਉਹਨਾਂ ਦੀ, ਹੈ ਨਾ। ਕਹਿੰਦਾ ਨੈਚੁਰਲ ਪਾਪੂਲੇਸ਼ਨ ਸ਼ੁੱਡ ਬੀ ਏਬਲ ਟੂ ਐਕਸਪੈਂਡ ਇਨਟੂ ਦਾ ਏਰੀਆ, ਪਰ ਕਹਿੰਦਾ ਜਿਹੜੀ ਨੈਚੁਰਲ ਪਾਪੂਲੇਸ਼ਨ ਆ ਉਹੀ ਇੱਥੇ ਐਕਸਪੈਂਡ ਹੋ ਸਕਦੀ ਹੈ। ਐ ਨਹੀਂ ਹੈ ਵੀ ਬਾਹਰੋਂ ਲਿਆ ਕੇ ਆਪਾਂ ਇੱਥੇ ਵੋਟਰ ਛੱਡ ਦਈਏ ਅਤੇ ਉਹ ਗਰੋ ਹੋ ਜਾਣਗੇ। ਕਹਿੰਦਾ ਹਾਊਐਵਰ, ਫਿਰ ਜਾਣੀ ਕਿ ਕਨਫਲਿਕਟ ਆ ਗਿਆ। ਕਹਿੰਦਾ ਰੀ ਇੰਟਰੋਡਿਊਸਿੰਗ ਐਨੀਮਲਸ ਇਨਟੂ ਅ ਫਰੈਗਮੈਂਟਡ ਐਂਡ ਫਰੈਗਾਈਲ ਪਾਪੂਲੇਸ਼ਨ ਮੇ ਐਡ ਜਸਟ ਇਨਫ ਇੰਪੈਟਸ ਫਾਰ ਇਟ। ਤਾਂ ਜਾਣੀ ਕਿ ਆਰਗੂਮੈਂਟ ਦੀ ਗੱਲ ਆਪਣੀ ਹੋ ਚੁੱਕੀ ਹੈ ਅਤੇ ਆਪਾਂ ਇਹਨੂੰ ਜ਼ਿਆਦਾ ਦਿਮਾਗ ਖ਼ਰਾਬ ਕਰਨ ਦੀ ਇੱਥੇ ਜ਼ਰੂਰਤ ਹੀ ਨਹੀਂ ਹੈਗੀ, ਹੈ ਨਾ। ਤਾਂ ਇਹਦੇ ਕਰਕੇ ਜਿਹੜਾ ਕਿ ਇੱਕ ਲਾਅ ਦੀ ਗੱਲ ਵੀ ਉਹਨਾਂ ਨੇ ਕਰਤੀ, ਤਾਂ ਇਹਦਾ ਵੀ ਜੀ ਆਨਸਰ ਹੋ ਗਿਆ। ਤਾਂ ਜਿਹੜਾ ਓਪੀਨੀਅਨ ਆ ਉਹਨਾਂ ਦਾ ਕਨਫਲਿਕਟ, ਉਹ ਕਹਿ ਰਹੇ ਵੀ ਉਹ ਜਿਹੜਾ ਕਿ ਗਰੋ ਨਹੀਂ ਕਰ ਪਾਉਣਗੇ ਕਿਉਂਕਿ ਉਹਨਾਂ ਵਾਸਤੇ ਜਿਹੜਾ ਸਿਊਟੇਬਲ ਹੈਬੀਟੈਟ ਨਹੀਂ ਹੈਗਾ। ਇਹਦਾ ਆਨਸਰ ਵੀ ਆਪਣਾ ਜੀ ਹੋ ਗਿਆ। ਤਾਂ ਇਸ ਤਰੀਕੇ ਨਾਲ ਇਹ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਜਿਹੜੇ ਕੁਐਸਚਨ ਆ ਤੁਸੀਂ ਸੋਲਵ ਕਰ ਸਕਦੇ ਹੋ। ਜੇ ਆਪਾਂ ਗੱਲ ਕਰੀਏ ਵੀ ਲਿਸਟ ਆਫ ਹੈਡਿੰਗ ਤੇ ਵਿੱਚ ਪੈਰਾਗ੍ਰਾਫ ਕੰਟੇਨ ਫੋਲੋਇੰਗ ਇਨਫੋਰਮੇਸ਼ਨ ਦੇ ਵਿੱਚ ਡਿਫਰੈਂਸ ਕੀ ਹੁੰਦਾ। ਲਿਸਟ ਆਫ ਹੈਡਿੰਗ ਦੇ ਵਿੱਚ ਤੁਹਾਨੂੰ ਸਾਰਾ ਪੈਸੇਜ ਪੜ੍ਹਨਾ ਪੈਂਦਾ ਹੁੰਦਾ, ਉਸ ਪੈਸੇਜ ਦਾ ਪੜ੍ਹ ਕੇ ਤੁਹਾਨੂੰ ਉਹਦਾ ਕੋਈ ਮਤਲਬ ਕਿ ਇੱਕ ਹੈਡਿੰਗ ਕੱਢਣਾ ਹੁੰਦਾ। ਪਰ ਜਿਹੜਾ ਕਿ ਵਿੱਚ ਪੈਰਾਗ੍ਰਾਫ ਕੰਟੇਨ ਫੋਲੋਇੰਗ ਇਨਫੋਰਮੇਸ਼ਨ, ਇਹਦੀ ਗੱਲ ਇੱਕ ਲਾਈਨ ਦੇ ਵਿੱਚ ਵੀ ਹੋ ਸਕਦੀ ਹੈ। ਇਹ ਆਪਾਂ ਲਿਸਟ ਆਫ ਹੈਡਿੰਗ ਨਹੀਂ ਹੁੰਦਾ, ਇਹ ਆਪਾਂ ਸਾਰੇ ਪੈਸੇਜ ਦਾ ਸਾਰ ਨਹੀਂ ਕਰਨਾ, ਬਸ ਆਪਾਂ ਨੂੰ ਇੱਕ ਲਾਈਨ ਵੀ ਜੇ ਮਿਲਦੀ ਆ ਉਹ ਉੱਥੇ ਵੀ ਆਪਣਾ ਆਨਸਰ ਕਲੀਅਰ ਹੋ ਜਾਂਦਾ ਵੀ ਹਾਂ ਵੀ ਆਹ ਪੈਸੇਜ ਦੇ ਵਿੱਚ ਆਪਣਾ ਆਨਸਰ ਦਿੱਤਾ ਹੋਇਆ। ਅਤੇ ਕਈ ਵਾਰ ਜਿਵੇਂ ਕਿ ਲਿਸਟ ਆਫ ਹੈਡਿੰਗ ਦੇ ਵਿੱਚ ਆਪਾਂ ਇੱਕ ਐਗਜ਼ਾਮਪਲ ਹੁੰਦੀ ਹੈ, ਐਗਜ਼ਾਮਪਲ ਦੇ ਦਿੰਦੇ ਹੁੰਦੇ ਪੈਸੇਜ ਦੇ ਵਿੱਚ ਉਹ, ਅਤੇ ਆਪਾਂ ਐਗਜ਼ਾਮਪਲ ਦੇ ਆਧਾਰ ਦੇ ਉੱਤੇ ਆਪਾਂ ਜਿਹੜਾ ਕਿ ਉਹ ਨਹੀਂ ਲਗਾ ਸਕਦੇ ਹੁੰਦੇ ਲਿਸਟ ਆਫ ਹੈਡਿੰਗ ਦੇ ਵਿੱਚ ਆਪਣਾ ਆਨਸਰ, ਹੈ ਨਾ। ਉਹ ਚੀਜ਼ ਆਪਾਂ ਉਦੋਂ ਹੀ ਡਿਸਕਸ ਕਰਾਂਗੇ ਜਦੋਂ ਲਿਸਟ ਆਫ ਹੈਡਿੰਗ ਕਰਾਂਗੇ। ਜਿਵੇਂ ਕਿ ਐਗਜ਼ਾਮਪਲ ਦੇ ਆਧਾਰ ਦੇ ਉੱਤੇ ਕਦੇ ਵੀ ਆਪਾਂ ਹੈਡਿੰਗ ਨਹੀਂ ਬਣਾ ਸਕਦੇ, ਹੈ ਨਾ। ਇਹ ਚੀਜ਼ ਮੈਂ ਤੁਹਾਨੂੰ ਕਲੀਅਰ ਕਰ ਰਿਹਾ ਗਾ। ਤਾਂ ਇਹ ਆਪਣਾ ਹੈਗਾ ਸੀ ਵਿੱਚ ਪੈਰਾਗ੍ਰਾਫ ਕੰਟੇਨ ਫੋਲੋਇੰਗ ਇਨਫੋਰਮੇਸ਼ਨ। ਇਹ ਟਾਈਪ ਬਹੁਤ ਹੀ ਡਿਫੀਕਲਟ ਨਹੀਂ ਹੁੰਦੀ। ਕੁੱਲ ਮਿਲਾ ਕੇ ਜਿਹੜਾ ਓਵਰਆਲ ਆਈਲੈਟਸ ਸੀ ਇੰਨਾ ਔਖਾ ਨਹੀਂ ਹੈਗਾ। ਆਈਲੈਟਸ ਮੈਨੂੰ ਲੱਗਦਾ ਵੀ ਪੀਟੀ ਤੋਂ ਵੀ ਜ਼ਿਆਦਾ ਸੌਖਾ ਹੋਊਗਾ, ਪਰ ਆਪਣੀ ਅਪਰੋਚ ਆ ਵੀ ਆਪਾਂ ਆਈਲੈਟਸ ਨੂੰ ਕਿੱਦਾਂ ਦੇਖਦੇ ਆਂਗੇ, ਆਪਾਂ ਤੁਹਾਡੀ ਪੂਰੀ ਹੈਲਪ ਕਰਾਂਗੇ। ਥੈਂਕ ਯੂ ਸੋ ਮੱਚ ਅੱਜ ਦੀ ਕਲਾਸ ਅਟੈਂਡ ਕਰਨ ਦੇ ਲਈ।